ਸਾਰਿਆਂ ਦਾ ਆਨਲਾਈਨ ਕਲਾਸ ਵਿੱਚ ਸਵਾਗਤ ਹੈ ਜੀ ਆਇਆਂ ਆਖਿਆ ਜਾਂਦਾ ਆਪ ਸਾਰਿਆਂ ਨੂੰ। ਜਿਵੇਂ ਕਿ ਅਸੀਂ ਪਿਛਲੇ ਦਿਨਾਂ ਵਿੱਚ ਸਾਰੇ ਵੀਰ ਭੈਣਾਂ ਨੇ ਮਿਲ ਕੇ ਲਾਈਵ ਜਿਹੜੀ ਇਹ ਵਿਚਾਰ ਕੀਤੀ ਸੀ ਆਸਾ ਕੀ ਵਾਰ ਦੀ, ਤਾਂ ਆਸਾ ਕੀ ਵਾਰ ਦੀ ਵਿਚਾਰ ਜਿਹੜੀ ਸਾਡੀ ਸ਼ਨੀਵਾਰ ਖਤਮ ਹੋ ਗਈ ਸੀ। ਤਾਂ ਅੱਜ ਤੋਂ ਲੈ ਕੇ ਅਸੀਂ ਸਾਰੇ ਵੀਰ ਭੈਣਾਂ ਜਪਜੀ ਸਾਹਿਬ ਜੀ ਦੀ ਵਿਚਾਰ ਆਰੰਭ ਕਰਾਂਗੇ। ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ ਹੈ ਔਰ ਸਿੱਖ ਦੇ ਨਿਤਨੇਮ ਦੇ ਵਿੱਚ ਸਵੇਰ ਦੇ ਵਕਤ ਦੇ ਵਿੱਚ ਸ਼ਾਮਲ ਹੈ। ਜਪਜੀ ਸਾਹਿਬ ਜੀ ਰਾਹੀਂ ਗੁਰਦੇਵ ਪਾਤਸ਼ਾਹ ਜੀ ਨੇ ਇੱਕ ਨਵੇਕਲੀ ਵਿਚਾਰਧਾਰਾ ਸੰਸਾਰ ਨੂੰ ਦਿੱਤੀ ਹੈ। ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਇੱਕ ਕ੍ਰਾਂਤੀਕਾਰੀ ਰਹਿਬਰੀ ਪੁਰਸ਼ ਨੇ, ਜਿਨ੍ਹਾਂ ਨੇ ਪਿਛਲੀਆਂ ਸਾਰੀਆਂ ਵਿਚਾਰਧਾਰਾਵਾਂ ਨੂੰ, ਜਿਨ੍ਹਾਂ ਵਿੱਚ ਬਹੁਤ ਸਾਰੀਆਂ ਕਮੀਆਂ ਔਰ ਦੋਸ਼ ਸਨ, ਉਹਨਾਂ ਨੂੰ ਰੱਦ ਕਰਕੇ ਇੱਕ ਨਵੀਂ ਵਿਚਾਰਧਾਰਾ ਪੇਸ਼ ਕੀਤੀ ਜੋ ਵਿਸ਼ਵ ਸ਼ਾਂਤੀ ਲਿਆ ਸਕਦੀ ਹੈ, ਰਾਜਨੀਤਿਕ ਤੌਰ ਤੇ, ਆਰਥਿਕ ਤੌਰ ਤੇ, ਸਮਾਜਿਕ ਤੌਰ ਤੇ ਔਰ ਧਾਰਮਿਕ ਤੌਰ ਤੇ। ਇਸ ਲਈ ਜਿਹੜਾ ਹੈ ਅਸੀਂ ਇਸ ਚੀਜ਼ ਨੂੰ ਵਿਚਾਰਨਾ ਹੈ ਕਿ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਰਾਹੀਂ ਸਾਨੂੰ ਕੀ ਵਿਚਾਰ ਦਿੱਤੇ ਨੇ। ਅਸਲ ਸਮੱਸਿਆ ਜੋ ਮਨੁੱਖ ਦੀ ਹੈ ਪੂਰੀ ਦੁਨੀਆ ਦੇ ਅੰਦਰ, ਉਹ ਸਮੱਸਿਆ ਹੈ ਕੂੜ ਦੀ, ਝੂਠ ਦੀ। ਕੂੜ ਕਰਕੇ ਮਨੁੱਖ ਨਹੀਂ ਰਹਿ ਜਾਂਦਾ, ਇਹ ਬੇਤਾਲਾ ਬਣ ਜਾਂਦਾ ਹੈ। ਔਰ ਜਦੋਂ ਕੂੜ ਪ੍ਰਧਾਨ ਹੋ ਜਾਏ, ਸ਼ਰਮ ਔਰ ਧਰਮ ਦੋਵੇਂ ਹੀ ਛੱਪ ਖਲੋਂਦੇ ਨੇ ਔਰ ਸ਼ਰਮ ਔਰ ਧਰਮ ਮਨੁੱਖੀ ਜ਼ਿੰਦਗੀ ਚੋਂ ਖਤਮ ਹੋ ਜਾਂਦੇ ਨੇ। ਇਸ ਲਈ ਦੁਨੀਆ ਦੀਆਂ ਸਾਰੀਆਂ ਸਮੱਸਿਆਵਾਂ, ਰਾਜਨੀਤਿਕ, ਧਾਰਮਿਕ, ਆਰਥਿਕ, ਸਮਾਜਿਕ, ਪਰਿਵਾਰਕ, ਵਿਵਹਾਰਿਕ, ਮਾਨਸਿਕ, ਬੌਧਿਕ, ਆਤਮਕ ਆਦਿਕ ਕੇਵਲ ਸਚਿਆਰ ਬਣਨ ਕਰਕੇ ਖਤਮ ਹੋ ਸਕਦੀਆਂ ਨੇ। ਇਸ ਲਈ ਗੁਰਦੇਵ ਪਾਤਸ਼ਾਹ ਨੇ ਪਾਵਨ ਬਾਣੀ ਵਿੱਚ ਬਚਨ ਕੀਤਾ ਹੈ, ਸੱਚ ਸਭ ਨਾ ਹੋਏ ਦਾਰੂ, ਪਾਪ ਕੱਢੈ ਧੋਏ। ਔਰ ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਦੇ ਅੰਦਰ ਗੁਰਦੇਵ ਨੇ ਇੱਕ ਸਵਾਲ ਕੀਤਾ ਹੈ, ਕਿਵ ਸਚਿਆਰਾ ਹੋਈ ਹੈ, ਕਿਵ ਕੂੜੈ ਟੁੱਟੈ ਪਾਲ। ਜੋ ਮਨੁੱਖ ਦੀ ਸਮੱਸਿਆ ਹੈ ਉਹ ਸਚਿਆਰ ਨਾ ਹੋਣ ਕਰਕੇ ਪੈਦਾ ਹੋਈਆਂ ਨੇ। ਜੇ ਮਨੁੱਖ ਸਚਿਆਰ ਹੋ ਜਾਏ ਤਾਂ ਦੁਨੀਆ ਦੀਆਂ ਸਾਰੀਆਂ ਸਮੱਸਿਆਵਾਂ ਹੱਲ ਹੋ ਜਾਣਗੀਆਂ। ਇਹ ਗੱਲ ਯਾਦ ਰੱਖਣਾ ਕਿ ਸੱਚੇ ਔਰ ਸਚਿਆਰ ਦੇ ਵਿੱਚ ਫਰਕ ਹੈ। ਸੱਚਾ ਕੋਈ ਵੀ ਹੋ ਸਕਦਾ ਹੈ, ਲੇਕਿਨ ਸਚਿਆਰ ਹਰ ਕੋਈ ਨਹੀਂ ਹੁੰਦਾ। ਸੱਚਾ ਤਾਂ ਗੰਗੂ ਵੀ ਹੈ, ਜੋ ਕਚਹਿਰੀ ਵਿੱਚ ਜਾ ਕੇ ਸ਼ਿਕਾਇਤ ਕਰਦਾ ਹੈ ਸਮੇਂ ਦੀ ਸਰਕਾਰ ਦੇ ਕੋਲ ਕਿ ਛੋਟੇ ਸਾਹਿਬਜ਼ਾਦੇ ਔਰ ਮਾਤਾ ਜੀ ਮੇਰੇ ਘਰ ਵਿੱਚ ਨੇ, ਪਰ ਉਹ ਸਚਿਆਰ ਨਹੀਂ ਹੈ। ਰੀਜਨ ਕਿ ਉਹਦੀ ਭਾਵਨਾ ਸੱਚੀ ਨਹੀਂ ਹੈ, ਉਹਦਾ ਇਰਾਦਾ ਸੱਚਾ ਨਹੀਂ ਹੈ, ਉਹਦੇ ਸੱਚ ਦੇ ਬੈਕਗ੍ਰਾਉਂਡ ਦੇ ਅੰਦਰ ਸੱਚ ਨਹੀਂ। ਉਹਦੀ ਭਾਵਨਾ ਇਹ ਹੈ ਕਿ ਇਹਨਾਂ ਤਿੰਨਾਂ ਨੂੰ ਮੌਤ ਦੇ ਮੂੰਹ ਵਿੱਚ ਪਵਾ ਕੇ ਆਪਣੇ ਪਰਿਵਾਰ ਵਾਸਤੇ ਸੁੱਖ ਔਰ ਸ਼ਾਂਤੀ ਬਹਾਲ ਕਰਾਂ, ਆਪਣੇ ਬੱਚਿਆਂ ਲਈ ਇਨਾਮ ਲਵਾਂ। ਇਸ ਲਈ ਗੰਗੂ ਸਚਿਆਰ ਨਹੀਂ ਹੈ। ਦੂਜੇ ਪਾਸੇ ਅਸੀਂ ਦੇਖਦੇ ਹਾਂ ਗੁਰੂ ਗੋਬਿੰਦ ਸਿੰਘ ਜੀ ਉੱਚ ਦਾ ਪੀਰ ਬਣ ਕੇ ਜਾ ਰਹੇ ਨੇ, ਔਰ ਗਨੀ ਖਾਂ, ਨਬੀ ਖਾਂ, ਜਦੋਂ ਉਹਨਾਂ ਤੋਂ ਪੁੱਛਿਆ ਜਾਂਦਾ ਹੈ ਕਿ ਇਹ ਕੌਣ ਹੈ, ਤਾਂ ਉਹ ਕਹਿੰਦੇ ਨੇ ਇਹ ਉੱਚ ਦਾ ਪੀਰ ਹੈ, ਗੁਰੂ ਗੋਬਿੰਦ ਸਿੰਘ ਨਹੀਂ ਹੈ। ਤਾਂ ਅਸਲ ਦੇ ਅੰਦਰ ਦੇਖੋ, ਇੱਥੇ ਆਮ ਦੁਨਿਆਵੀ ਨਜ਼ਰ ਦੇ ਨਾਲ ਅਸੀਂ ਵੇਖਾਂਗੇ ਤਾਂ ਉਹ ਸਾਨੂੰ ਝੂਠ ਬੋਲਦੇ ਪ੍ਰਤੀਤ ਹੋਣਗੇ, ਪਰ ਉਹਨਾਂ ਦੇ ਪਿੱਛੇ ਭਾਵਨਾ ਕੀ ਹੈ? ਉਹਨਾਂ ਦੀ ਭਾਵਨਾ ਇਹ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਸਰੀਰ ਕਰਕੇ ਬਚਦੇ ਨੇ ਤਾਂ ਇਸ ਦੁਨੀਆ ਦੇ ਉੱਤੇ ਧਰਮ ਬਚੇਗਾ, ਤਾਂ ਇਸ ਦੁਨੀਆ ਦੇ ਉੱਤੇ ਕੋਈ ਮਨੁੱਖੀ ਹੱਕਾਂ ਦੀ ਗੱਲ ਕਰੇਗਾ। ਇਸ ਲਈ ਉਹਨਾਂ ਦੀ ਭਾਵਨਾ ਮਹਾਨ ਹੈ। ਤਾਂ ਜੋ ਮਨ ਕਰਕੇ, ਭਾਵਨਾਵਾਂ ਕਰਕੇ, ਕਰਮਾਂ ਕਰਕੇ ਸੱਚ ਦਾ ਧਾਰਨੀ ਹੈ, ਉਸ ਨੂੰ ਸਚਿਆਰ ਕਹਿੰਦੇ ਨੇ। ਤਾਂ ਸਾਡੀ ਪ੍ਰੋਬਲਮ ਹੈ ਕਿ ਅਸੀਂ ਸਚਿਆਰ ਕਿਵੇਂ ਹੋਣਾ ਹੈ। ਤਾਂ ਜਪਜੀ ਸਾਹਿਬ ਜੀ ਦੇ ਸਾਰੇ ਦੇ ਅੰਦਰ ਜਿਹੜਾ ਹੈ ਸਚਿਆਰ ਵਾਸਤੇ ਸਾਨੂੰ ਪ੍ਰੇਰਨਾ ਕੀਤੀ ਗਈ ਹੈ। ਸਚਿਆਰ ਕਿਵੇਂ ਹੋਣਾ ਹੈ, ਸਾਧਨ ਦੱਸੇ ਗਏ ਨੇ। ਔਰ ਪੂਰੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਸਾਨੂੰ ਹਰ ਸ਼ਬਦ ਦੇ ਅੰਦਰ ਸਚਿਆਰ ਬਣਨ ਵਾਸਤੇ ਪ੍ਰੇਰਿਆ ਗਿਆ ਹੈ। ਤਾਂ ਆਓ ਅਸੀਂ ਵਿਚਾਰ ਕਰੀਏ ਜਪਜੀ ਸਾਹਿਬ ਜੀ ਦੀ। ਜਪਜੀ ਸਾਹਿਬ ਜੀ ਦੇ ਆਦਿ ਦੇ ਅੰਦਰ ਮੰਗਲਾਚਰਨ ਹੈ, ਜਿਸ ਨੂੰ ਸਿੱਖ ਧਰਮ ਦੇ ਅੰਦਰ ਮੂਲ ਮੰਤਰ ਕਿਹਾ ਜਾਂਦਾ ਹੈ। ਮੰਤਰ ਦਾ ਮਤਲਬ ਹੁੰਦਾ ਹੈ ਉਪਦੇਸ਼,
ਤੇ ਮੂਲ ਦਾ ਮਤਲਬ ਮੂਲ, ਜੋ ਮੂਲ ਉਪਦੇਸ਼ ਹੈ, ਮੂਲ ਸਿਧਾਂਤ ਹੈ, ਜੋ ਸਰਬ ਸਾਂਝਾ ਹੈ, ਸਰਬਦੇਸ਼ੀ ਹੈ ਔਰ ਸਰਬਕਾਲੀ ਹੈ। ਇੱਕ ਗੱਲ ਯਾਦ ਰੱਖਣਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਸਰਬਦੇਸ਼ੀ ਹੈ, ਸਰਬ ਸਾਂਝੀ ਹੈ ਔਰ ਸਰਬਕਾਲੀ ਹੈ। ਸਰਬ ਸਾਂਝੀ ਦਾ ਮਤਲਬ ਕਿ ਪੂਰੀ ਮਨੁੱਖਤਾ ਵਾਸਤੇ ਹੈ, ਇਹ ਇਕੱਲੇ ਸਿੱਖਾਂ ਵਾਸਤੇ ਨਹੀਂ ਹੈ, ਇਹ ਪੂਰੀ ਮਨੁੱਖਤਾ ਵਾਸਤੇ ਹੈ। ਸਰਬਦੇਸ਼ੀ ਦਾ ਮਤਲਬ ਕਿ ਜੋ ਗੁਰਮਤ ਦੇ ਅੰਦਰ, ਗੁਰਬਾਣੀ ਅੰਦਰ ਸਿਧਾਂਤ ਦ੍ਰਿੜ ਕਰਾਏ ਨੇ, ਇਹ ਪੂਰੀ ਦੁਨੀਆ ਦੇ ਅੰਦਰ ਹਰ ਥਾਂ ਤੇ ਲਾਗੂ ਹੋ ਸਕਦੇ ਨੇ, ਕਿਸੇ ਵੀ ਦੇਸ਼ ਵਿੱਚ ਲਾਗੂ ਹੋ ਸਕਦੇ ਨੇ। ਜੇ ਕੱਲ ਨੂੰ ਮੰਗਲ ਗ੍ਰਹਿ ਤੇ ਕਲੋਨੀਆਂ ਵਸਦੀਆਂ ਨੇ, ਕਿਸੇ ਹੋਰ ਗ੍ਰਹਿ ਤੇ ਬੰਦਾ ਜਾਂਦਾ ਹੈ ਤਾਂ ਉੱਥੇ ਵੀ ਇਹ ਲਾਗੂ ਹੋ ਸਕਦੇ ਨੇ। ਤੇ ਸਰਬਕਾਲੀ ਦਾ ਮਤਲਬ ਹੈ ਹਰ ਵਕਤ, ਬੀਤ ਗਏ ਸਮੇਂ ਵਿੱਚ ਵੀ, ਹੁਣ ਵੀ, ਆਉਣ ਵਾਲੇ ਸਮੇਂ ਦੇ ਅੰਦਰ ਵੀ ਇਹ ਸਿਧਾਂਤ ਲਾਗੂ ਨੇ। ਔਰ ਸਿਧਾਂਤ ਕਿਹਾ ਹੀ ਉਸ ਨੂੰ ਜਾਂਦਾ ਹੈ ਜੋ ਸਰਬ ਸਾਂਝਾ, ਸਰਬਦੇਸ਼ੀ ਔਰ ਸਰਬਕਾਲੀ ਹੋਵੇ। ਤਾਂ ਜਦੋਂ ਵੀ ਕੋਈ ਧਰਮੀ ਪੁਰਸ਼ ਧਰਮ ਗ੍ਰੰਥ ਲਿਖਦਾ ਹੈ ਤਾਂ ਉਹਦੇ ਅੰਦਰ ਉਹ ਮੰਗਲਾਚਰਨ ਲਿਖਦਾ ਹੈ, ਤੇ ਉਸ ਮੰਗਲਾਚਰਨ ਦੇ ਅੰਦਰ ਉਹ ਆਪਣੇ ਇਸ਼ਟ ਦੇਵ ਦੇ ਅੱਗੇ ਪ੍ਰਾਰਥਨਾ ਕਰਦਾ ਹੈ, ਉਸ ਇਸ਼ਟ ਦੇਵ ਦਾ ਰੂਪ ਔਰ ਸਰੂਪ ਅਤੇ ਕਰਤੱਵ ਬਿਆਨ ਕਰਦਾ ਹੈ। ਧੰਨ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਵੀ ਜਪਜੀ ਸਾਹਿਬ ਜੀ ਦੇ ਆਦਿ ਵਿੱਚ ਮੰਗਲਾਚਰਨ ਲਿਖਿਆ ਹੈ, ਮੂਲ ਮੰਤਰ ਲਿਖਿਆ ਹੈ, ਜਿਸ ਨੂੰ ਅਸੀਂ ਮੂਲ ਮੰਤਰ ਕਹਿੰਦੇ ਹਾਂ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਥੋਂ ਤੱਕ ਮੂਲ ਮੰਤਰ ਹੈ, ਇਹ ਧਿਆਨ ਰੱਖਣਾ ਹੈ, ਇੱਥੋਂ ਤੱਕ ਮੂਲ ਮੰਤਰ ਹੈ, ਇੱਕ ਓੰਕਾਰ ਤੋਂ ਲੈ ਕੇ ਗੁਰ ਪ੍ਰਸਾਦ ਤੱਕ। ਕਈ ਲੋਕ ਨਾਨਕ ਹੋਸੀ ਪੀ ਸੱਚ ਤੱਕ ਮੰਨਦੇ ਹਨ, ਪਰ ਉਹ ਠੀਕ ਨਹੀਂ ਹੈ, ਕਿਉਂਕਿ ਆਪ ਦੇਖ ਰਹੇ ਹੋ, ਆਪਣੇ ਗੁਟਕਿਆਂ ਵਿੱਚ ਦੇਖ ਸਕਦੇ ਹੋ ਜਾਂ ਫੋਨ ਦੇ ਉੱਤੇ ਦੇਖ ਸਕਦੇ ਹੋ, ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵੇਖ ਸਕਦੇ ਹੋ ਕਿ ਗੁਰਪ੍ਰਸਾਦ ਤੋਂ ਬਾਅਦ ਅੰਦਰ 2 ਡੰਡੀਆਂ ਲਗਾਈਆਂ ਗਈਆਂ ਨੇ, ਫੁੱਲ ਸਟਾਪ, ਪੂਰਨ ਵਿਰਾਮ। ਇਹਦਾ ਮਤਲਬ ਇੱਥੇ ਇੱਕ ਚੀਜ਼ ਪੂਰੀ ਹੋ ਗਈ ਹੈ। ਅੱਗੇ ਥੱਲੇ ਜਪ ਲਿਖਿਆ ਹੈ, ਤੇ ਜਪ ਦੇ ਖੱਬੇ ਪਾਸੇ ਵੀ ਔਰ ਸੱਜੇ ਪਾਸੇ ਵੀ 2 ਡੰਡੀਆਂ ਨੇ। ਕਈ ਲੋਕਾਂ ਨੇ ਇੱਕ ਗੁਸਤਾਖੀ ਕੀਤੀ ਹੈ ਖੱਬੇ ਪਾਸੇ ਦੀਆਂ ਡੰਡੀਆਂ ਹਟਾਉਣ ਦੀ, ਜੋ ਕਿ ਨਹੀਂ ਕਰਨੀ ਚਾਹੀਦੀ, ਇਹ ਬਹੁਤ ਵੱਡੀ ਭੁੱਲ ਹੈ। ਤਾਂ ਜਪ ਬਾਣੀ ਦਾ ਨਾਮ ਹੈ। ਉਸ ਤੋਂ ਅੱਗੇ ਆਦ ਸੱਚ, ਜੁਗਾਦ ਸੱਚ, ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ। ਅੱਗੇ ਉੱਥੇ 2 ਡੰਡੀਆਂ ਪਾਈਆਂ ਗਈਆਂ ਹਨ, ਔਰ 2 ਡੰਡੀਆਂ ਤੋਂ ਬਾਅਦ ਫਿਰ ਇੱਕ ਲਿਖਿਆ ਹੈ ਔਰ ਫਿਰ 2 ਡੰਡੀਆਂ ਪਾਈਆਂ ਨੇ। ਇਹਦਾ ਮਤਲਬ ਇੱਥੇ ਇੱਕ ਸ਼ਲੋਕ ਪੂਰਾ ਹੋ ਗਿਆ ਹੈ, ਇੱਥੇ ਇੱਕ ਸ਼ਲੋਕ ਪੂਰਾ ਹੋਇਆ ਹੈ। ਇਹ ਆਦ ਸੱਚ, ਜੁਗਾਦ ਸੱਚ, ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ, ਇਹ ਸ਼ਲੋਕ ਹੈ। ਇੱਕ ਸ਼ਲੋਕ ਸੁਖਮਨੀ ਸਾਹਿਬ ਜੀ ਦੇ ਵਿੱਚ ਹੈ, ਆਦ ਸੱਚ, ਜੁਗਾਦ ਸੱਚ, ਹੈ ਭੇ ਸੱਚ, ਨਾਨਕ ਹੋਸੀ ਭੇ ਸੱਚ। ਉੱਥੇ ਬਿਹਾਰੀ ਦੀ ਜਗ੍ਹਾ ਸਿਹਾਰੀ ਹੈ। ਉਹ ਸ਼ਲੋਕ ਧੰਨ ਗੁਰੂ ਅਰਜਨ ਦੇਵ ਜੀ ਦਾ ਉਚਾਰਨ ਕੀਤਾ ਹੋਇਆ ਹੈ। ਇਹ ਸ਼ਲੋਕ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਹੈ। ਮੂਲ ਮੰਤਰ ਅੰਦਰ ਇੱਕ ਓੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਮੂਲ ਮੰਤਰ ਹੈ। ਮੈਂ ਫਿਰ ਦੁਹਰਾ ਦਿਆਂ, ਇਹਦੇ ਅੰਦਰ ਰੱਬ ਦਾ ਸਰੂਪ ਬਿਆਨ ਕੀਤਾ ਹੈ, ਰੱਬ ਕੀ ਹੈ, ਔਰ ਉਸ ਦੇ ਗੁਣ ਬਿਆਨ ਕੀਤੇ ਨੇ। ਨਾਲ ਉਸ ਪ੍ਰਭੂ ਦੀ ਪ੍ਰਾਪਤੀ ਕਿਵੇਂ ਹੁੰਦੀ ਹੈ, ਉਹਦੇ ਅੰਦਰ ਅਸੀਂ ਕਿਵੇਂ ਲੀਨ ਹੋ ਸਕਦੇ ਹਾਂ, ਉਹ ਸਾਧਨ ਦੱਸੇ ਨੇ। ਯਾਦ ਰੱਖਣਾ, ਕਿਸੇ ਵੀ ਗੋਲ ਤੇ ਪਹੁੰਚਣ ਵਾਸਤੇ 5 ਚੀਜ਼ਾਂ ਬਹੁਤ ਜ਼ਰੂਰੀ ਹੁੰਦੀਆਂ ਨੇ। ਪਹਿਲੀ ਚੀਜ਼ ਇਹ ਹੁੰਦੀ ਹੈ ਕਿ ਸਾਡਾ ਗੋਲ ਕੀ ਹੈ। ਗੋਲ ਤੇ ਪਹੁੰਚਣ ਲਈ ਦੂਜੀ ਚੀਜ਼ ਹੈ ਕਿ ਉਹਦੇ ਵਾਸਤੇ ਸਾਧਨ ਕੀ ਨੇ। ਜੇ ਗੋਲ ਹੋਵੇ ਔਰ ਸਾਧਨ ਨਾ ਹੋਣ ਤਾਂ ਬੰਦਾ ਪਹੁੰਚ ਨਹੀਂ ਪਾਏਗਾ। ਤੀਜੀ ਚੀਜ਼ ਹੈ ਕਿ ਉਹ ਸਾਧਨ ਕਿੱਥੋਂ ਮਿਲਣਗੇ। ਜੇ ਇਹ ਪਤਾ ਨਾ ਹੋਵੇ ਤਾਂ ਬੰਦਾ ਗੋਲ ਤੇ ਨਹੀਂ ਪਹੁੰਚੇਗਾ। ਤੇ ਚੌਥੀ ਚੀਜ਼ ਹੈ ਕਿ ਉਹ ਸਾਧਨ ਸਾਨੂੰ ਕਿਵੇਂ ਮਿਲਣਗੇ। ਜੇ ਇਹ ਨਹੀਂ ਪਤਾ ਤਾਂ ਵੀ ਨਹੀਂ ਪਹੁੰਚ ਪਾਓਗੇ।
ਤੇ ਪੰਜਵੀਂ ਚੀਜ਼ ਹੈ ਕਿ ਅਸੀਂ ਕਿੰਨੇ ਸਮੇਂ ਦੇ ਅੰਦਰ ਆਪਣੇ ਗੋਲ ਤੇ ਪਹੁੰਚ ਜਾਵਾਂਗੇ। ਜੇ ਤੁਸੀਂ ਆਪਣਾ ਗੋਲ ਵੀ ਫਿਕਸ ਕਰ ਲਓ, ਉਹਦੇ ਵਾਸਤੇ ਸਾਧਨ ਵੀ ਨਿਸ਼ਚਿਤ ਕਰ ਲਓ, ਸਾਧਨ ਕਿੱਥੋਂ ਮਿਲਣਗੇ ਦਾ ਪਤਾ ਕਰ ਲਓ, ਸਾਧਨ ਕਿਵੇਂ ਮਿਲਣਗੇ, ਇਹ ਸਾਰੇ ਤੁਹਾਡੇ ਕੋਲ ਚੀਜ਼ਾਂ ਆ ਜਾਣ, ਪਰ ਜੇ ਤੁਸੀਂ ਟਾਈਮ ਫਿਕਸ ਨਹੀਂ ਕਰਦੇ ਕਿ ਅਸੀਂ ਕਿੰਨੇ ਸਮੇਂ ਵਿੱਚ ਪਹੁੰਚਣਾ ਹੈ, ਤਾਂ ਇਹ ਸਾਰੀਆਂ ਚੀਜ਼ਾਂ ਹੁੰਦਿਆਂ ਹੋਇਆਂ ਵੀ ਤੁਸੀਂ ਆਪਣੀ ਮੰਜ਼ਿਲ ਤੇ ਨਹੀਂ ਪਹੁੰਚ ਪਾਓਗੇ। ਇਸੇ ਤਰ੍ਹਾਂ ਹੁਣ ਲੋਕ ਕਹਿੰਦੇ ਨੇ ਸਾਨੂੰ ਰੱਬ ਨਹੀਂ ਮਿਲਦਾ, ਅਸੀਂ ਰੱਬ ਵਿੱਚ ਅਭੇਦ ਨਹੀਂ ਹੋ ਸਕਦੇ। ਕਿਉਂ ਨਹੀਂ ਹੋ ਸਕਦੇ? ਕਿਉਂਕਿ ਤੁਸੀਂ ਟਾਈਮ ਫਿਕਸ ਨਹੀਂ ਕੀਤਾ, ਜਾਂ ਮੈਂ ਟਾਈਮ ਫਿਕਸ ਨਹੀਂ ਕੀਤਾ। ਰੱਬ ਕੀ ਹੈ, ਪਹਿਲਾਂ ਮੈਨੂੰ ਇਹ ਜਾਣਨਾ ਪਵੇਗਾ ਕਿ ਰੱਬ ਹੈ ਕੀ, ਜਿਹਨੂੰ ਮੈਂ ਮਿਲਣਾ ਚਾਹੁੰਦਾ, ਜਿਹਨੂੰ ਵੇਖਣਾ ਚਾਹੁੰਦਾ, ਅਨੁਭਵ ਕਰਨਾ ਚਾਹੁੰਦਾ। ਦੂਜਾ, ਉਹਦੇ ਨਾਲ ਮਿਲਣ ਵਾਸਤੇ ਸੋਰਸਿਸ ਕੀ ਨੇ। ਤੀਜਾ, ਉਹ ਸੋਰਸਿਸ ਕਿੱਥੋਂ ਮਿਲਣਗੇ। ਚੌਥਾ, ਉਹ ਕਿਵੇਂ ਮਿਲਣਗੇ। ਤੇ ਪੰਜਵਾਂ, ਮੈਂ ਕਿੰਨੇ ਸਮੇਂ ਦੇ ਅੰਦਰ ਰੱਬ ਵਿੱਚ ਅਭੇਦ ਹੋ ਜਾਣਾ ਚਾਹੁੰਦਾ। ਅੱਜ, ਕੱਲ, 10 ਦਿਨ ਵਿੱਚ, 10 ਸਾਲ ਬਾਅਦ, ਜਾਂ ਕਦੇ ਵੀ ਨਹੀਂ। ਟਾਈਮ ਤਾਂ ਫਿਕਸ ਕਰਨਾ ਪਵੇਗਾ ਨਾ। ਤਾਂ ਆਓ ਅਸੀਂ ਇਸ ਚੀਜ਼ ਦੀ ਹੁਣ ਵਿਚਾਰ ਕਰਨ ਦਾ ਯਤਨ ਕਰੀਏ। ਗੁਰੂ ਜੀ ਨੇ ਸਾਨੂੰ ਇਹ ਸਾਧਨ ਵੀ ਦੱਸੇ ਨੇ, ਕਿਵੇਂ ਅਸੀਂ ਮਿਲਣਾ ਹੈ ਉਹ ਦੱਸਿਆ ਹੈ, ਰੱਬ ਕੀ ਹੈ ਬਿਆਨ ਕੀਤਾ ਹੈ, ਰੱਬ ਦੇ ਗੁਣ ਦੱਸੇ ਨੇ। ਟਾਈਮ ਫਿਕਸ ਅਸਾਂ ਆਪ ਕਰਨਾ ਹੈ। ਜੇ ਤੁਸੀਂ ਅੱਜ ਮਿਲਣਾ ਚਾਹੁੰਦੇ ਹੋ ਤਾਂ ਗੁਰੂ ਸਾਹਿਬ ਜੀ ਕਹਿੰਦੇ ਨੇ, ਆਜ ਮਿਲਾਵਾ ਸ਼ੇਖ ਫਰੀਦ ਟਾਕਿਮ ਕੁੰਜੜੀਆਂ ਮਨੋ ਮਚਿੰਦੜੀਆਂ। ਬਾਬਾ ਫਰੀਦ ਜੀ ਕਹਿੰਦੇ ਨੇ ਕਿ ਰੱਬ ਦੇ ਨਾਲ ਤੁਹਾਡਾ ਮਿਲਾਪ ਅੱਜ ਹੋ ਸਕਦਾ ਹੈ, ਔਰ ਵਾਸਤਵ ਦੇ ਅੰਦਰ ਜਿਹਦਾ ਮਿਲਾਪ ਹੋਇਆ ਹੈ ਉਹ ਅੱਜ ਹੀ ਹੋਇਆ ਹੈ, ਕੱਲ ਕਦੇ ਨਹੀਂ ਹੋਇਆ। ਜਿਹੜਾ ਕੱਲ ਬੀਤ ਗਿਆ ਉਹਨੇ ਵਾਪਸ ਆਉਣਾ ਨਹੀਂ। ਅੱਜ ਸੋਮਵਾਰ ਹੈ ਤੇ ਮੰਗਲਵਾਰ ਕੱਲ ਨੂੰ ਸਾਡਾ ਮਿਲਾਪ ਕਿਵੇਂ ਹੋਏਗਾ ਕਿ ਕੱਲ ਹਾਲੇ ਕੱਲ ਹੈ, ਉਹ ਆਇਆ ਨਹੀਂ। ਕੱਲ ਮੰਗਲਵਾਰ ਸਾਡੀ ਮੌਤ ਵੀ ਹੋ ਸਕਦੀ ਹੈ। ਸਾਡੇ ਕੋਲ ਅੱਜ ਸੋਮਵਾਰ ਦਾ ਦਿਨ ਹੀ ਹੈ ਮਿਲਣ ਵਾਸਤੇ। ਤੇ ਯਾਦ ਰੱਖਣਾ, ਹੁਣ ਸਾਡੇ ਕੋਲ ਆਪਣਾ 2:30 ਵੱਜ ਗਏ ਨੇ। ਹੋ ਸਕਦਾ ਹੈ 2:35 ਤੇ ਮੇਰੀ ਮੌਤ ਹੀ ਹੋ ਜਾਏ ਤੇ ਫਿਰ ਮੈਂ ਨਹੀਂ ਨਾ ਮਿਲ ਪਾਵਾਂਗਾ। ਇਸ ਲਈ ਜੇ ਮੈਂ ਮਿਲਣਾ ਚਾਹਨਾ ਤਾਂ ਮੈਨੂੰ ਹੁਣੇ ਹੀ ਮਿਲਣਾ ਪਵੇਗਾ, ਔਰ ਇਹ ਪੋਸੀਬਿਲਿਟੀ ਹੈ ਕਿ ਮੈਂ ਹੁਣੇ ਹੀ ਮਿਲ ਸਕਦਾ ਹਾਂ। ਸਾਨੂੰ ਸਮਾਂ ਨਿਸ਼ਚਿਤ ਕਰਨਾ ਪਵੇਗਾ। ਤਾਂ ਆਓ ਵਿਚਾਰ ਕਰੀਏ। ਇੱਕ ਆਪਾਂ ਵੇਖਦੇ ਹਾਂ ਇੱਕ ਓੰਕਾਰ। ਇਸ ਦਾ ਉਚਾਰਨ ਹੈ ਇੱਕ ਓੰਕਾਰ। ਇੱਕ ਦਾ ਮਤਲਬ ਉਹ ਇੱਕ ਹੈ। ਓੰਕਾਰ ਦਾ ਮਤਲਬ ਉਤਪत्ति, ਲੈਤਾ, ਪਾਲਣਾ ਕਰਨ ਵਾਲਾ ਹੈ, ਸੰਚਾਲਨ ਕਰਨ ਵਾਲਾ ਹੈ। ਕਾਰ ਦਾ ਮਤਲਬ ਲਗਾਤਾਰ, ਕੰਟੀਨਿਊ, ਲਗਾਤਾਰ, ਬਿਨਾਂ ਵਿੱਥ ਤੋਂ, ਅਵਿਰਲ। ਤਾਂ ਇੱਕ ਓੰਕਾਰ ਦਾ ਅਰਥ ਜੋ ਹੈ ਉਹ ਹੋਵੇਗਾ ਕਿ ਇੱਕ ਪਰਮ ਵਿਆਪਕ ਸੱਤਿਆ, ਇੱਕ ਸਰਬ ਵਿਆਪਕ ਪਰਮ ਸੱਤਿਆ, ਇੱਕ ਸਰਬ ਵਿਆਪਕ ਪਰਮ ਸੱਤਿਆ। ਜਿਸ ਤਰ੍ਹਾਂ ਹੀ ਸੰਸਾਰ ਦੀ ਉਤਪत्ति, ਲੈਤਾ, ਪਾਲਣਾ, ਸੰਚਾਲਨ ਹੁੰਦਾ ਹੈ, ਔਰ ਉਹ ਇੱਕ ਹੈ, ਔਰ ਸਰਬ ਵਿਆਪਕ ਹੈ, ਕੰਟੀਨਿਊ ਹੈ। ਯਾਨੀ ਆ ਪੂਰਾ ਬ੍ਰਹਿਮੰਡ ਇੱਕ ਹੈ, ਰੱਬ ਇੱਕ ਹੈ। ਉਸ ਰੱਬ ਨੂੰ ਵੰਡਿਆ ਨਹੀਂ ਜਾ ਸਕਦਾ, ਉਹਦੀਆਂ ਵੰਡੀਆਂ ਨਹੀਂ ਪਾਈਆਂ ਜਾ ਸਕਦੀਆਂ। ਨਾ ਜ਼ਮੀਨੀ ਤੌਰ ਤੇ, ਨਾ ਧਰਮਾਂ ਦੇ ਤੌਰ ਤੇ, ਨਾ ਰਾਜਨੀਤੀ ਦੇ ਤੌਰ ਤੇ, ਕਿਸੇ ਵੀ ਤੌਰ ਤੇ ਉਹਨੂੰ ਵੰਡਿਆ ਜਾ ਹੀ ਨਹੀਂ ਸਕਦਾ, ਕਿਉਂਕਿ ਉਹ ਹੈ ਹੀ ਇੱਕ, ਨਿਰਗੁਣ ਆਪ, ਸਰਗੁਣ ਵੀ ਉਹੀ। ਤਾਂ ਜਦੋਂ ਅਸੀਂ ਇਸ ਇੱਕ ਓੰਕਾਰ ਦੀ ਭਾਵਨਾ ਨੂੰ ਸਮਝਾਂਗੇ ਤਾਂ ਸਾਨੂੰ ਆ ਪੂਰਾ ਬ੍ਰਹਿਮੰਡ ਉਸ ਰੱਬ ਦਾ ਹੀ ਰੂਪ ਨਜ਼ਰੀ ਪਵੇਗਾ। ਗੁਰੂ ਜੀ ਨੇ ਪਾਵਨ ਬਾਣੀ ਵਿੱਚ ਬਖਸ਼ਿਸ਼ ਕੀਤੀ ਹੈ ਕਿ ਉਹ ਜੋ ਇੱਕ ਹੀ ਹੈ, ਅਵਗਤ ਤੋਂ ਨਿਰਮਾਇਲ ਉਪਜੈ, ਨਿਰਗੁਣ ਤੇ ਸਰਗੁਣ ਥੀਆ। ਉਹ ਅਵਿਅਕਤ ਪ੍ਰਭੂ ਆਪਣੇ ਆਪ ਤੋਂ ਆਪ, ਉਹ ਆਪ ਹੀ ਨਿਰਗੁਣ ਤੋਂ ਸਰਗੁਣ ਹੋ ਗਿਆ ਹੈ, ਨਿਰਾਕਾਰ ਤੋਂ ਸਾਕਾਰ ਹੋ ਗਿਆ ਹੈ, ਨਿਰੰਕਾਰ ਤੋਂ ਸੰਸਾਰ ਹੋ ਗਿਆ ਹੈ, ਲਗਾਤਾਰ ਇੱਕ ਹੈ। ਸਤਨਾਮ, ਸਤਨਾਮ ਦਾ ਮਤਲਬ ਉਸ ਦਾ ਨਾਮ ਹੋਂਦ ਵਾਲਾ ਹੈ। ਵੈਸੇ ਰੱਬ ਦੇ ਅਨੇਕਾਂ ਨਾਮ ਨੇ, ਗੋਬਿੰਦ ਹੈ, ਗੋਪਾਲ ਹੈ, ਰਾਮ ਹੈ, ਰਹੀਮ ਹੈ, ਅਨੰਤ ਨਾਮ ਨੇ। ਕੀਰਤਮ ਨਾਮ ਕਥੇ ਤੇਰੇ ਜਿਹਬਾ, ਸਤਨਾਮ ਤੇਰਾ ਪਰਾ ਪੂਰਬਲਾ। ਜਿੰਨੇ ਵੀ ਨਾਮ ਸੰਸਾਰ ਅੰਦਰ ਰੱਬ ਦੇ ਨੇ, ਉਹ ਰੱਬ ਨੇ ਆਪਣੇ ਨਾਮ ਆਪ ਨਹੀਂ ਰੱਖੇ, ਉਹ ਰੱਬ ਨੂੰ ਨਾਮ ਮਨੁੱਖ ਨੇ ਦਿੱਤੇ ਨੇ।
ਇਹ ਗੱਲ ਯਾਦ ਰੱਖਣਾ। ਮਨੁੱਖ ਦੀ ਜਦੋਂ ਬੁੱਧੀ ਨੇ ਕੰਮ ਕੀਤਾ, ਇਹਨੇ ਆਪਣੇ ਚਾਰੇ ਚਫੇਰੇ ਹਰੀਆਂ ਹਰੀਆਂ ਚੀਜ਼ਾਂ ਵੇਖੀਆਂ ਤਾਂ ਇਹਨੇ ਉਹਨਾਂ ਦਾ ਨਾਮ ਰੱਖਿਆ। ਇਹ ਕਣਕ ਹੈ, ਝੋਨਾ ਹੈ, ਝਾੜੀਆਂ ਨੇ, ਬੇਰੀਆਂ ਨੇ, ਨਿੰਮ ਹੈ, ਕਿੱਕਰ ਹੈ, ਪਿੱਪਲ ਹੈ, ਬੋੜ ਹੈ, ਤੁਲਸੀ ਹੈ, ਕੁਛ। ਇਹਨੇ ਆਪਣੇ ਚਾਰ ਚਫੇਰੇ ਪਸ਼ੂ ਪੰਛੀ ਵੇਖੇ, ਉਹਨਾਂ ਦੇ ਨਾਮ ਰੱਖੇ। ਚਿੜੀਆਂ ਨੇ, ਕਾਂ ਨੇ, ਕਬੂਤਰ ਨੇ, ਮੱਝ ਹੈ, ਗਾਂ ਹੈ, ਆਪਣੀ ਪਹਿਚਾਣ ਵਾਸਤੇ। ਇਹਨੇ ਇਸਤਰੀ ਪੁਰਸ਼ਾਂ ਦੇ ਨਾਮ ਰੱਖੇ, ਨਦੀਆਂ ਨਾਲਿਆਂ ਦੇ ਨਾਮ ਰੱਖੇ, ਪਹਾੜਾਂ ਦੇ ਨਾਮ ਰੱਖੇ। ਆਕਾਸ਼ ਵੱਲ ਵੇਖਿਆ, ਇਹਨੂੰ ਚਮਕਦੀਆਂ ਚੀਜ਼ਾਂ ਨਜ਼ਰੀ ਪਈਆਂ। ਸੂਰਜ ਨੂੰ ਨਾਮ ਇਹਨੇ ਦਿੱਤਾ, ਚੰਦਰਮਾ ਨੂੰ ਨਾਮ ਦਿੱਤਾ, ਗ੍ਰਹਿ ਨਕਸ਼ਤਰ ਤਾਰੇ ਆਕਾਸ਼ ਗੰਗਾਵਾਂ ਨੂੰ ਨਾਮ ਦਿੱਤਾ, ਹਵਾ ਨੂੰ, ਬੱਦਲਾਂ ਨੂੰ ਨਾਮ ਦਿੱਤਾ। ਫਿਰ ਇਹਦੀ ਸੁਰਤ ਨੇ ਕੰਮ ਕੀਤਾ ਕਿ ਇਹ ਸੰਸਾਰ ਨੂੰ ਬਣਾਇਆ ਕਿੰਨੇ ਹੋਣਾ ਹੈ, ਰੱਬ ਕਿੱਥੋਂ? ਤਾਂ ਆਪਣੇ ਆਪ ਤੋਂ। ਤਾਂ ਉਹਨੂੰ ਨਾਮ ਸੈਭੰ, ਗੁਰੂ ਸਾਹਿਬ ਜੀ ਕਹਿੰਦੇ ਨੇ ਸੈਭੰ, ਆਪਣੇ ਆਪ ਤੋਂ। ਫਿਰ ਵੇਖਿਆ ਕਿ ਸੰਸਾਰ ਨੂੰ ਪੈਦਾ ਕਰਨ ਵਾਲਾ ਕੋਈ ਹੋਣਾ ਹੈ, ਨਾਮ ਗੋਬਿੰਦ ਦੇ ਦਿੱਤਾ। ਗੋ ਦਾ ਮਤਲਬ ਸ੍ਰਿਸ਼ਟੀ, ਬਿੰਦ ਦਾ ਮਤਲਬ ਪੈਦਾ ਕਰਨ ਵਾਲਾ। ਵੇਖਿਆ ਕਿ ਕੋਈ ਪਾਲਣਾ ਕਰਨ ਵਾਲਾ ਹੈ, ਨਾਮ ਗੋਪਾਲ ਦੇ ਦਿੱਤਾ। ਗੋ ਦਾ ਮਤਲਬ ਸ੍ਰਿਸ਼ਟੀ, ਪਾਲ ਦਾ ਮਤਲਬ ਪਾਲਣਾ ਕਰਨ ਵਾਲਾ। ਕਿਸੇ ਨੇ ਵੇਖਿਆ ਕਿ ਉਹ ਰਮਿਆ ਹੋਇਆ ਹੈ ਤਾਂ ਨਾਮ ਰਾਮ ਦੇ ਦਿੱਤਾ ਕਿ ਰਮਿਆ ਹੋਇਆ ਹੈ। ਇਹ ਬੰਦੇ ਦੇ ਦਿੱਤੇ ਨਾਮ ਨੇ। ਕੀਰਤਮ ਨਾਮ, ਗੁਣਵਾਚਕ ਨਾਮ ਨੇ। ਉਹਦੇ ਗੁਣਾਂ ਤੋਂ ਜੋ ਅਸੀਂ ਉਹਨੂੰ ਜਾਣਦੇ ਹਾਂ, ਇਹ ਉਹਦੇ ਨਾਮ ਨੇ। ਤੇ ਉਹਦੇ ਅਨੰਤ ਗੁਣ ਨੇ, ਅਨੰਤ ਨਾਮ ਨੇ, ਇਹ ਉਹਦੇ ਗੁਣ ਨੇ। ਰਾਮ ਜਿਹੜਾ ਹੈ ਰੱਬ ਦਾ ਨਾਮ ਨਹੀਂ, ਰਾਮ ਰੱਬ ਦਾ ਗੁਣ ਹੈ, ਰਮਿਆ ਹੋਇਆ। ਗੋਪਾਲ ਰੱਬ ਦਾ ਨਾਮ ਨਹੀਂ, ਗੋਪਾਲ ਉਹਦਾ ਗੁਣ ਹੈ, ਪਾਲਣਾ ਕਰਨ ਵਾਲਾ, ਜੋ ਹਰ ਇੱਕ ਦੇ ਅੰਦਰ ਮੌਜੂਦ ਹੈ। ਪਰ ਗੁਰੂ ਜੀ ਕਹਿੰਦੇ ਨੇ, ਹੇ ਪ੍ਰਭੂ, ਸਤਨਾਮ ਤੇਰਾ ਪਰਾ ਪੂਰਬਲਾ ਹੈ। ਕੀਰਤਮ ਨਾਮ ਕਥੇ ਤੇਰੇ ਜਿਹਬਾ, ਸਤਨਾਮ ਤੇਰਾ ਪਰਾ ਪੂਰਬਲਾ, ਕਿ ਤੂੰ ਹੋਂਦ ਵਾਲਾ ਹੈ, ਤੂੰ ਇੱਕ ਅਟਲ ਸੱਚਾਈ ਹੈ। ਕਰਤਾ ਪੁਰਖ, ਕਰਤਾ ਦਾ ਮਤਲਬ ਕ੍ਰੀਏਟਰ ਹੈ, ਰਚਨਹਾਰ ਹੈ। ਉਹ ਰਚ ਰਿਹਾ ਹੈ, ਕੁਛ ਬਣਾ ਰਿਹਾ ਹੈ, ਉਹਦਾ ਗੁਣ ਹੈ ਕਰਤਾ। ਪੁਰਖ, ਪੁਰਖ ਦਾ ਮਤਲਬ ਹੈ ਸਮਾਇਆ ਹੋਇਆ, ਰਮਿਆ ਹੋਇਆ, ਕਣ ਕਣ ਦੇ ਅੰਦਰ ਰਮਿਆ ਹੋਇਆ ਹੈ। ਨਿਰਭਉ, ਨਿਰਭਉ ਦਾ ਅਰਥ ਹੈ ਭੈ ਤੋਂ ਰਹਿਤ, ਉਹਨੂੰ ਕਿਸੇ ਦਾ ਡਰ ਨਹੀਂ, ਡਰ ਤੋਂ ਰਹਿਤ ਹੈ। ਨਾ ਡਰਦਾ ਹੈ, ਨਾ ਡਰਾਉਂਦਾ ਹੈ, ਭੈ ਹੈ ਹੀ ਨਹੀਂ ਉਹਦੇ ਵਿੱਚ, ਨਾ ਡਰਦਾ ਹੈ, ਨਾ ਡਰਾਉਂਦਾ। ਨਿਰਵੈਰ, ਰੱਬ ਵੈਰ ਤੋਂ ਰਹਿਤ ਹੈ, ਕਿਸੇ ਨਾਲ ਉਹਦਾ ਕੋਈ ਵੈਰ ਨਹੀਂ। ਕੁਦਰਤ ਦਾ ਕਿਸੇ ਨਾਲ ਕੋਈ ਵੈਰ ਨਹੀਂ, ਰੱਬ ਦਾ ਕਿਸੇ ਨਾਲ ਕੋਈ ਵੈਰ ਨਹੀਂ। ਸਭ ਦੇ ਨਾਲ ਇੱਕ ਜੈਸਾ ਵਿਹਾਰ, ਹਵਾ ਪਾਣੀ ਸਭ ਨੂੰ ਬਰਾਬਰ ਮਿਲ ਰਿਹਾ ਹੈ। ਅਕਾਲ ਮੂਰਤ, ਅਕਾਲ ਦਾ ਮਤਲਬ ਕਾਲ ਰਹਿਤ, ਤੇ ਮੂਰਤ ਦਾ ਮਤਲਬ ਹੁੰਦਾ ਹੈ, ਇੱਥੇ ਮੂਰਤ ਦਾ ਅਰਥ ਹੈ ਹਸਤੀ। ਮੂਰਤ ਪੰਜ ਅਰਥਾਂ ਵਿੱਚ ਗੁਰਬਾਣੀ ਵਿੱਚ ਵੈਸੇ ਆਇਆ ਹੈ। ਗੁਰੂ ਪਾਤਸ਼ਾਹ ਨੇ ਮੂਰਤ ਸ਼ਬਦ ਵਰਤਿਆ ਹੈ। ਨਾਨਕ ਮੂਰਤ ਚਿੱਤਰ ਜਿਉ ਛਾੜਿਤ ਨਾਹਿਨ ਭੀਤ, ਕਿ ਜਿਵੇਂ ਮੂਰਤ ਉੱਥੇ ਕਿਹਾ ਹੈ ਕਾਗਜ਼ ਦੀ ਤਸਵੀਰ ਨੂੰ, ਦੀਵਾਰ ਵਿੱਚ ਤਸਵੀਰ ਉਹਨੂੰ ਛੱਡਦੀ ਨਹੀਂ। ਭਗਤ ਕਬੀਰ ਜੀ ਨੇ ਇਹ ਸ਼ਬਦ ਵਰਤਿਆ ਹੈ, ਪਾਖਣ ਗੱਡ ਕੇ ਮੂਰਤ ਕੀਨੀ। ਉੱਥੇ ਮੂਰਤ ਦਾ ਅਰਥ ਹੈ ਪੱਥਰ ਦੀ ਤਸਵੀਰ। ਗੁਰੂ ਅਰਜਨ ਦੇਵ ਜੀ ਨੇ ਮਾਝ ਰਾਗ ਵਿੱਚ ਇਹ ਸ਼ਬਦ ਵਰਤਿਆ ਹੈ, ਮਹਾ ਦਿਵਸ ਮੂਰਤ ਭਲੇ। ਉੱਥੇ ਮੂਰਤ ਦਾ ਅਰਥ ਹੈ ਮਹੂਰਤ, ਦੋ ਘੜੀਆਂ। ਗੁਰੂ ਅਰਜਨ ਦੇਵ ਜੀ ਨੇ ਬਿਲਾਵਲ ਰਾਗ ਵਿੱਚ ਇਹ ਸ਼ਬਦ ਵਰਤਿਆ ਹੈ, ਗੁਰ ਕੀ ਮੂਰਤ ਮਨ ਮਹਿ ਧਿਆਨ। ਉੱਥੇ ਮੂਰਤ ਦਾ ਮਤਲਬ ਹੈ ਗੁਰੂ ਦੀ ਸਿੱਖਿਆ। ਮੂਰਤ ਮੀਨਸ ਗੁਰੂ ਦੀ ਸਿੱਖਿਆ। ਭਾਈ ਗੁਰਦਾਸ ਜੀ ਨੇ ਇਹ ਸ਼ਬਦ ਵਰਤਿਆ ਹੈ, ਗੁਰ ਮੂਰਤ, ਗੁਰ ਸ਼ਬਦ ਹੈ। ਉੱਥੇ ਮੂਰਤ ਦਾ ਅਰਥ ਹੈ ਅਸਲ ਸਰੂਪ। ਤੇ ਗੁਰੂ ਨਾਨਕ ਦੇਵ ਜੀ ਇੱਥੇ ਮੂਰਤ ਸ਼ਬਦ ਵਰਤ ਰਹੇ ਨੇ ਹਸਤੀ ਵਾਸਤੇ। ਮੂਰਤ ਦਾ ਮਤਲਬ ਹਸਤੀ। ਇੱਥੇ ਇੱਕ ਆਪ ਹੋਰ ਅਜੀਬ ਚੀਜ਼ ਵੇਖੋਗੇ। ਸਤਨਾਮ ਦੇ ਮੰਮੇ ਥੱਲੇ ਔਂਕੜ, ਪੁਰਖ ਦੇ ਖੱਖੇ ਥੱਲੇ ਔਂਕੜ, ਨਿਰਭਉ ਨਿਰਵੈਰ ਦੇ ਅਖੀਰਲੇ ਅੱਖਰਾਂ ਥੱਲੇ ਔਂਕੜ, ਪਰ ਅਕਾਲ ਦੇ ਲੱਲੇ ਥੱਲੇ ਔਂਕੜ ਨਹੀਂ ਹੈ। ਮੂਰਤ ਦੇ ਤੱਤੇ ਨਾਲ ਸਿਹਾਰੀ ਹੈ। ਅਸੀਂ ਸ਼ਾਇਦ ਕਦੇ ਧਿਆਨ ਦੇ ਨਾਲ ਨਹੀਂ ਨਾ ਪੜਿਆ ਵੀ ਅਕਾਲ ਦੇ ਲੱਲੇ ਥੱਲੇ ਔਂਕੜ ਕਿਉਂ ਨਹੀਂ ਆਇਆ, ਮੂਰਤ ਦੇ ਤੱਤੇ ਨਾਲ ਸਿਹਾਰੀ ਕਿਉਂ ਹੈ। ਜੇ ਅਕਾਲ ਦੇ ਲੱਲੇ ਥੱਲੇ ਔਂਕੜ ਲਗਾ ਦਿੱਤਾ ਜਾਏ ਤਾਂ ਇੱਕ ਬਹੁਤ ਵੱਡੀ ਪ੍ਰੋਬਲਮ ਕ੍ਰੀਏਟ ਹੋ ਜਾਏਗੀ।
ਅਕਾਲ ਸ਼ਬਦ ਵੱਖਰਾ ਹੋ ਜਾਏਗਾ, ਮੂਰਤ ਵੱਖਰਾ ਹੋ ਜਾਏਗਾ। ਜਦੋਂ ਕਿਸੇ ਨਾਉਨ ਦੇ ਆਖਰੀ ਅੱਖਰ ਥੱਲੇ ਔਂਕੜ ਲੱਗਾ ਹੋਵੇ ਨਾ, ਤਾਂ ਉਹ ਪੁਲਿੰਗ ਸ਼ਬਦ ਹੁੰਦਾ ਹੈ ਤੇ ਇੱਕ ਵਚਨ ਹੁੰਦਾ ਹੈ, ਸਿੰਗੂਲਰ, ਮੇਲ ਜੈਂਡਰ। ਤੇ ਜਦੋਂ ਕਿਸੇ ਨਾਉਨ ਦੇ ਆਖਰੀ ਅੱਖਰ ਨਾਲ ਸਿਹਾਰੀ ਲੱਗੀ ਹੋਵੇ ਤਾਂ ਉਹ ਫੀਮੇਲ ਜੈਂਡਰ, ਇਸਤਰੀ ਲਿੰਗ ਹੋ ਜਾਂਦਾ ਹੈ। ਹੁਣ ਜੇ ਅਕਾਲ ਦੇ ਲੱਲੇ ਥੱਲੇ ਔਂਕੜ ਲਗਾ ਦਈਏ ਤਾਂ ਇਹ ਕਰਤਾ ਕਾਰਕ ਇੱਕ ਵਚਨ ਪੁਲਿੰਗ ਹੋ ਜਾਏਗਾ ਤੇ ਨਾਸਤਕਤਾ ਪੈਦਾ ਹੋ ਸਕਦੀ ਹੈ। ਅਕਾਲ ਦਾ ਮਤਲਬ ਜਿਸ ਤੇ ਕਾਲ ਦਾ ਕੋਈ ਅਸਰ ਨਹੀਂ, ਜਿਸ ਦੇ ਜਵਾਨੀ ਬੁਢੇਪਾ ਬਚਪਨ ਨਹੀਂ ਆਉਂਦਾ, ਜਿਸ ਦੀ ਕਦੇ ਮੌਤ ਨਹੀਂ ਹੁੰਦੀ, ਤਾਂ ਬੰਦਾ ਸ਼ੰਕਾ ਕਰ ਸਕਦਾ ਹੈ ਫਿਰ ਇਹੋ ਜਿਹੀ ਚੀਜ਼ ਹੋਣੀ ਹੀ ਨਹੀਂ, ਨਾਸਤਕਤਾ ਪੈਦਾ ਹੋ ਸਕਦੀ। ਤੇ ਜੇ ਅਕਾਲ ਦੇ ਲੱਲੇ ਥੱਲੇ ਔਂਕੜ ਲੱਗਾ ਹੋਵੇ ਤੇ ਮੂਰਤ ਦੇ ਤੱਤੇ ਨਾਲ ਸਿਹਾਰੀ, ਮੂਰਤ ਦਾ ਅਰਥ ਹੋ ਜਾਏਗਾ ਹਸਤੀ, ਤੇ ਜਿਸ ਦੀ ਹਸਤੀ ਹੈ ਉਹਦੀ ਤਸਵੀਰ ਬਣਾਈ ਜਾ ਸਕਦੀ ਹੈ। ਹੁਣ ਅਸੀਂ ਸਾਰੇ ਹਸਤੀਆਂ ਹਾਂ ਨਾ, ਸਾਡੀ ਕੱਲੀ ਕੱਲੇ ਦੀ ਫੋਟੋ ਖਿੱਚੀ ਜਾ ਸਕਦੀ ਹੈ, ਤਸਵੀਰ ਬਣਾਈ ਜਾ ਸਕਦੀ ਹੈ, ਮੇਰੀ ਤਸਵੀਰ ਬਣਾਈ ਜਾ ਸਕਦੀ, ਤੁਹਾਡੀ ਬਣਾਈ ਜਾ ਸਕਦੀ ਹੈ। ਤਾਂ ਫਿਰ ਮੂਰਤੀ ਪੂਜਾ ਸ਼ੁਰੂ ਹੋ ਜਾਏਗੀ। ਸਿੱਖ ਧਰਮ ਦੇ ਵਿੱਚ ਨਾ ਨਾਸਤਕਤਾ ਹੈ, ਨਾ ਮੂਰਤੀ ਪੂਜਾ ਹੈ। ਇਸ ਲਈ ਗੁਰਦੇਵ ਨੇ ਅਕਾਲ ਦੇ ਲੱਲੇ ਥੱਲੇ ਔਂਕੜ ਨਹੀਂ ਲਗਾਇਆ, ਇਹ ਫੀਮੇਲ ਜੈਂਡਰ ਬਣ ਗਿਆ ਹੈ। ਜਦੋਂ ਅਸੀਂ ਕਿਸੇ ਨਾਉਨ ਦਾ ਆਖਰੀ ਅੱਖਰ ਹਟਾਉਂਦੇ ਆ ਨਾ, ਔਂਕੜ, ਆਖਰੀ ਅੱਖਰ ਥੱਲੋਂ ਔਂਕੜ ਹਟਾਉਂਦੇ ਆ, ਤਾਂ ਉਹ ਫੀਮੇਲ ਜੈਂਡਰ ਵੀ ਬਣ ਜਾਂਦਾ ਹੈ। ਜਿਵੇਂ ਭਗਤ ਦੇ ਤੱਤੇ ਥੱਲੇ ਔਂਕੜ, ਤਾਂ ਉਹ ਮੇਲ ਜੈਂਡਰ ਹੋਏਗਾ, ਲੇਕਿਨ ਸਿਹਾਰੀ ਲੱਗ ਗਈ ਤੇ ਫੀਮੇਲ ਜੈਂਡਰ ਹੋ ਜਾਏਗਾ। ਇੱਥੇ ਅਕਾਲ ਫੀਮੇਲ ਜੈਂਡਰ ਹੈ ਔਰ ਮੂਰਤ ਦਾ ਵਿਸ਼ੇਸ਼ਣ ਹੈ, ਇਕੱਠਾ ਸ਼ਬਦ ਹੈ ਅਕਾਲ ਮੂਰਤ। ਇਹਦਾ ਅਰਥ ਬਣੇਗਾ ਕਾਲ ਰਹਿਤ ਹਸਤੀ। ਰੱਬ ਕਾਲ ਤੋਂ ਰਹਿਤ ਵੀ ਹੈ, ਜੋ ਸਰਬ ਵਿਆਪਕ ਹੈ, ਜੋ ਇੱਕ ਓੰਕਾਰ ਹੈ, ਉਹ ਕਾਲ ਰਹਿਤ ਹੈ ਤੇ ਨਾਲ ਹਸਤੀ ਵੀ ਹੈ। ਯਾਨੀ ਉਹਦੀ ਹਸਤੀ ਵੀ ਹੈ ਤੇ ਉਹ ਕਾਲ ਤੋਂ ਰਹਿਤ ਵੀ ਹੈ। ਇਸ ਲਈ ਅਕਾਲ ਮੂਰਤ ਦਾ ਅਰਥ ਹੋਏਗਾ ਕਾਲ ਰਹਿਤ ਹਸਤੀ। ਅਜੂਨੀ, ਅਜੂਨੀ ਦਾ ਅਰਥ ਹੈ ਜੂਨਾਂ ਤੋਂ ਰਹਿਤ, ਉਹ ਜੂਨਾਂ ਵਿੱਚ ਨਹੀਂ ਆਉਂਦਾ। ਵੈਸੇ ਬਹੁਤੇ ਲੋਕਾਂ ਨੇ ਰੱਬ ਦਾ ਅਵਤਾਰ ਮੰਨਿਆ ਹੈ, ਫਲਾਂ ਬੰਦਾ ਰੱਬ ਦਾ ਅਵਤਾਰ ਹੈ ਜਾਂ ਰੱਬ ਅਵਤਾਰ ਧਾਰ ਕੇ ਆਇਆ। ਐਸਾ ਨਹੀਂ ਹੈ, ਸਿੱਖ ਧਰਮ ਅਵਤਾਰਵਾਦ ਨੂੰ ਨਹੀਂ ਮੰਨਦਾ। ਗੁਰੂ ਜੀ ਨੇ ਪਾਵਨ ਬਾਣੀ ਵਿੱਚ ਬਚਨ ਕੀਤਾ ਹੈ, ਸੋ ਮੁਖ ਜਲੋ ਜਿਤ ਕਹੇ ਠਾਕੁਰ ਜੋਨੀ, ਤੇਰਾ ਉਹ ਮੂੰਹ ਸੜ ਜਾਏ। ਜਿਸ ਜ਼ਬਾਨ ਦੇ ਨਾਲ ਉਹ ਤੂੰ ਕਹਿਣਾ ਕਿ ਰੱਬ ਜੂਨ ਵਿੱਚ ਆਇਆ ਹੈ, ਰੱਬ ਜੂਨ ਵਿੱਚ ਨਹੀਂ ਹੈ, ਜੂਨਾਂ ਤੋਂ ਰਹਿਤ ਹੈ। ਸੈਭੰ, ਸੈਭੰ ਦਾ ਅਰਥ ਹੈ ਸੈਭੰ, ਆਪਣੇ ਆਪ ਤੋਂ ਆਪ, ਸੁਤੇ ਪ੍ਰਕਾਸ਼। ਉਹਨੂੰ ਕੋਈ ਪੈਦਾ ਕਰਨ ਵਾਲਾ ਨਹੀਂ, ਉਹ ਕਿਸੇ ਮਾਂ-ਬਾਪ ਤੋਂ ਪੈਦਾ ਨਹੀਂ ਹੋਇਆ। ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਸੁਤੇ ਪ੍ਰਕਾਸ਼, ਆਪਣੇ ਆਪ ਤੋਂ ਆਪ। ਹੁਣ ਜਿਹੜਾ ਮਾਲਕ ਲਗਾਤਾਰ ਸਮਾਇਆ ਹੋਇਆ ਹੈ, ਇੱਕੋ ਹੀ ਹੈ, ਜਿਹਦੇ ਵਿੱਚ ਇੰਨੇ ਗੁਣ ਨੇ, ਉਹ ਕਿਵੇਂ ਮਿਲੇ? ਉਹਦੇ ਨਾਲ ਮਿਲਾਪ ਦਾ ਸਾਧਨ ਕੀ ਹੈ? ਗੁਰ ਪ੍ਰਸਾਦ, ਗੁਰੂ ਦੀ ਕਿਰਪਾ ਰਾਹੀਂ। ਪ੍ਰਸਾਦ ਦੇ ਦੱਦੇ ਨਾਲ ਸਿਹਾਰੀ, ਪ੍ਰਸਾਦ ਰਾਹੀਂ, ਕਿਰਪਾ ਰਾਹੀਂ। ਤੇ ਗੁਰ ਦੇ ਰਾਰੇ ਥੱਲੇ ਔਂਕੜ ਨਹੀਂ ਹੈ। ਕਿਉਂ? ਕਿਉਂਕਿ ਜਦੋਂ ਦੋ ਸ਼ਬਦਾਂ ਦੇ ਅੰਦਰ ਕੋਈ ਸੰਬੰਧਕੀ ਪਦ ਆ ਜਾਂਦਾ ਹੈ ਤਾਂ ਉਹਦੇ ਵਿੱਚੋਂ ਪਹਿਲੇ ਜਿਹੜਾ ਹੈ ਜਾਂ ਦੂਜੇ ਆਪਣਾ ਨਾਉਨ ਦਾ ਔਂਕੜ ਜਿਹੜਾ ਹੈ ਹਟਾ ਦਿੱਤਾ ਜਾਂਦਾ ਹੈ। ਗੁਰ ਪ੍ਰਸਾਦ, ਇੱਥੇ ਅਰਥ ਹੈ ਗੁਰੂ ਦੀ ਕਿਰਪਾ ਰਾਹੀਂ, ਤੇ ਦੀ ਸ਼ਬਦ ਸਾਈਲੈਂਟ ਹੈ, ਲੁਪਤ ਹੈ। ਇਸ ਲਈ ਗੁਰ ਦੇ ਰਾਰੇ ਦਾ ਔਂਕੜ ਹਟਾ ਦਿੱਤਾ ਗਿਆ। ਜਿਵੇਂ ਗੁਰਸਿੱਖ, ਜੇ ਸਿੱਖ ਦੇ ਖੱਖੇ ਥੱਲੇ ਔਂਕੜ ਹੋਵੇ ਔਰ ਗੁਰ ਦਾ ਰਾਰਾ ਮੁਕਤਾ ਹੋਵੇ, ਉਹਨੂੰ ਅਸੀਂ ਇਕੱਠਾ ਪੜਾਂਗੇ ਗੁਰਸਿੱਖ। ਗੁਰਸਿੱਖ ਦਾ ਮਤਲਬ ਗੁਰੂ ਦਾ ਸਿੱਖ। ਗੁਰ ਦਾ ਰਾਰਾ ਵੀ ਮੁਕਤਾ ਹੋਵੇ, ਸਿੱਖ ਦਾ ਖੱਖਾ ਵੀ ਮੁਕਤਾ ਹੋਵੇ, ਫਿਰ ਵੀ ਅਸੀਂ ਇਕੱਠਾ ਪੜਾਂਗੇ, ਉਹਦਾ ਅਰਥ ਹੋ ਜਾਏਗਾ ਗੁਰੂ ਦੇ ਸਿੱਖ। ਪਰ ਗੁਰ ਦੇ ਰਾਰੇ ਥੱਲੇ ਔਂਕੜ ਹੋਵੇ, ਸਿੱਖ ਦੇ ਖੱਖੇ ਥੱਲੇ ਵੀ ਔਂਕੜ ਹੋਵੇ, ਫਿਰ ਇਹਨਾਂ ਨੂੰ ਅੱਡ-ਅੱਡ ਪੜਾਂਗੇ, ਗੁਰ ਸਿੱਖ, ਜਿਹਦਾ ਮਤਲਬ ਹੋ ਜਾਏਗਾ ਗੁਰੂ ਵੀ ਸਿੰਗੂਲਰ ਔਰ ਸਿੱਖ ਵੀ ਸਿੰਗੂਲਰ। ਤੇ ਜੇ ਗੁਰ ਦੇ ਰਾਰੇ ਥੱਲੇ ਔਂਕੜ ਹੋਵੇ, ਸਿੱਖ ਦਾ ਖੱਖਾ ਮੁਕਤਾ ਹੋਵੇ, ਤਾਂ ਵੀ ਅਸੀਂ ਵੱਖਰਾ ਪੜਾਂਗੇ ਗੁਰ ਸਿੱਖ।
ਗੁਰੂ ਸਿੰਗੂਲਰ ਸ਼ਬਦ ਹੈ ਗੁਰ, ਤੇ ਸਿੱਖ ਪਲੂਰਲ ਹੈ। ਇੱਥੇ ਗੁਰ ਪ੍ਰਸਾਦ ਦਾ ਮਤਲਬ ਗੁਰੂ ਦੀ ਕਿਰਪਾ ਰਾਹੀਂ। ਤਾਂ ਮੈਂ ਇਹ ਅਰਥ ਇੱਕ ਵਾਰ ਫਿਰ ਦੁਹਰਾ ਦਿਆਂ, ਜਿਸ ਕਰਕੇ ਸਾਨੂੰ ਸਮਝ ਆ ਜਾਏ। ਇੱਕ ਓੰਕਾਰ ਦਾ ਮਤਲਬ ਇੱਕ ਸਰਬ ਵਿਆਪਕ ਪਰਮ ਸੱਤਿਆ, ਜਿਸ ਤਰ੍ਹਾਂ ਹੀ ਸੰਸਾਰ ਦੀ ਉਤਪਤੀ, ਲੈਤਾ, ਪਾਲਣਾ ਔਰ ਸੰਚਾਲਨ ਹੁੰਦਾ ਹੈ। ਸਤਨਾਮ ਉਹ ਹੋਂਦ ਵਾਲਾ ਹੈ, ਉਹਦਾ ਨਾਮ ਇੱਕ ਅਟਲ ਸੱਚਾਈ ਹੈ। ਕਰਤਾ ਪੁਰਖ ਸਿਰਜਕ ਹੈ, ਸਿਰਜਣਹਾਰ ਹੈ। ਪੁਰਖ ਦਾ ਮਤਲਬ ਰਚਨਾ ਦੇ ਅੰਦਰ ਸਮਾਇਆ ਹੋਇਆ ਹੈ, ਰਚਨਾ ਤੋਂ ਬਾਹਰ ਨਹੀਂ। ਨਿਰਭਉ ਡਰ ਤੋਂ ਰਹਿਤ ਹੈ, ਨਿਰਵੈਰ ਵੈਰ ਤੋਂ ਰਹਿਤ ਹੈ। ਅਕਾਲ ਮੂਰਤ ਉਹਦੀ ਹਸਤੀ ਕਾਲ ਰਹਿਤ ਹੈ, ਉਹਦਾ ਵਿਨਾਸ਼ ਨਹੀਂ ਹੁੰਦਾ। ਅਜੂਨੀ ਜੂਨਾ ਤੋਂ ਰਹਿਤ ਹੈ। ਸੈਭੰ ਸੁੱਤੇ ਪ੍ਰਕਾਸ਼ ਹੈ। ਤੇ ਉਹਦੇ ਨਾਲ ਮਿਲਾਪ ਕਿਵੇਂ ਹੋਏਗਾ? ਗੁਰ ਪ੍ਰਸਾਦ, ਗੁਰੂ ਦੀ ਕਿਰਪਾ ਰਾਹੀਂ, ਗੁਰੂ ਦੀ ਕਿਰਪਾ ਦਾ ਸਦਕਾ। ਹੁਣ ਸਾਡਾ ਜੋ ਧਾਰਮਿਕ ਜਗਤ ਹੈ, ਜੋ ਰੱਬ ਵਿੱਚ ਵਿਸ਼ਵਾਸ ਰੱਖਦੇ ਨੇ, ਉਹ ਰੱਬ ਦੇ ਵਿੱਚ ਅਭੇਦ ਹੋਣਾ ਚਾਹੁੰਦੇ ਨੇ। ਰੱਬ ਨੂੰ ਮਿਲਣ ਦੀਆਂ ਬਹੁਤ ਸਾਰੀਆਂ ਤਰਕੀਬਾਂ ਦੱਸੀਆਂ ਜਾ ਰਹੀਆਂ ਨੇ। ਰੱਬ ਦੇ ਮਿਲਾਪ ਸਿਖਾਉਣ ਵਾਸਤੇ, ਢੰਗ ਤਰੀਕੇ ਸਿਖਾਉਣ ਵਾਸਤੇ ਬਹੁਤ ਸਾਰੇ ਲੋਕ ਕੰਮ ਕਰ ਰਹੇ ਨੇ। ਬਹੁਤ ਸਾਰੇ ਡੇਰੇ, ਬਹੁਤ ਸਾਰੇ ਦੇਹਧਾਰੀ ਗੁਰੂ, ਬਹੁਤ ਸਾਰੇ ਹੋਰ ਲੋਕ ਕਹਿ ਰਹੇ ਨੇ ਕਿ ਅਸੀਂ ਤੁਹਾਨੂੰ ਰੱਬ ਦੇ ਨਾਲ ਮਿਲਾਵਾਂਗੇ, ਤੁਹਾਨੂੰ ਨਾਮ ਦਿਆਂਗੇ, ਇਹਨੂੰ ਇਸ ਤਰ੍ਹਾਂ ਜਪੋਗੇ, ਫਿਰ ਤੁਹਾਡੇ ਨਾਲ ਰੱਬ ਮਿਲੇਗਾ। ਰੱਬ ਨੂੰ ਖੋਜੋ, ਰੱਬ ਨੂੰ ਲੱਭੋ। ਹੁਣ ਸਵਾਲ ਪੈਦਾ ਹੁੰਦਾ ਕਿ ਲੱਭਣਾ ਤੇ ਉਹਨੂੰ ਹੈ ਜਿਹੜਾ ਗੁਆਚਿਆ ਹੋਵੇ। ਇਹ ਗੱਲ ਧਿਆਨ ਨਾਲ ਸਮਝਣੀ ਹੈ। ਜਿਹੜਾ ਇੱਕ ਓੰਕਾਰ ਹੈ, ਜਿਹੜਾ ਹੈ ਹੀ ਇੱਕ, ਜਿਹੜਾ ਆਪ ਹੀ ਪਸਰਿਆ ਹੋਇਆ ਹੈ, ਉਹਨੂੰ ਲੱਭੋਗੇ ਕਿਵੇਂ? ਜਿਹੜਾ ਕਦੇ ਗੁਆਚਿਆ ਹੀ ਨਹੀਂ, ਜਿਹੜਾ ਘੱਟ ਘੱਟ ਮੈਂ ਹਰ ਜੂ ਵਸੇ, ਜੋ ਮੇਰੇ ਤੁਹਾਡੇ ਸਾਰਿਆਂ ਵਿੱਚ ਵਸ ਰਿਹਾ, ਜਿਹੜਾ ਜਲ ਥਲ ਮਹੀਲ ਪੂਰਿਆ ਰਵਿਆ ਵਿੱਚ ਵਣਾ, ਉਹਨੂੰ ਕਿਵੇਂ ਲੱਭੋਗੇ? ਉਹਨੂੰ ਲੱਭਣ ਦਾ ਕੋਈ ਸਾਧਨ ਤੇ ਤਾਂ ਹੋਏ ਨਾ ਜੇ ਉਹ ਗੁਆਚਿਆ ਹੋਏ। ਰੱਬ ਨੂੰ ਮਿਲੀਏ ਤੇ ਤਾਂ ਜੇ ਰੱਬ ਤੋਂ ਵਿਛੜੇ ਹੋਈਏ। ਜੇ ਕੋਈ ਕਹਿੰਦਾ ਨਾ ਕਿ ਸਾਨੂੰ ਰੱਬ ਨੂੰ ਮਿਲਣ ਦੀ ਜਾਂਚ ਦੱਸੋ, ਦੱਸੀ ਜਾ ਰਹੀ ਹੈ ਜਾਂਚਾਂ। ਸਾਨੂੰ ਇਹ ਲੋਕ ਕਹਿੰਦੇ ਨੇ ਜੋ ਸਾਡੇ ਨਾਲ ਮਿਲਣ ਵਾਲੇ ਨੇ ਕਿ ਰੱਬ ਨੂੰ ਮਿਲਣ ਦਾ ਸਾਧਨ ਕੋਈ ਹੈ। ਤਾਂ ਮੈਂ ਤਾਂ ਸਾਫ਼ ਕਹਿਣਾ ਹੁੰਦਾ ਵੀ ਰੱਬ ਨੂੰ ਮਿਲਣ ਦਾ ਸਾਧਨ ਦੱਸਿਆ ਜਾ ਸਕਦਾ ਹੈ। ਪਹਿਲਾਂ ਮੈਨੂੰ ਇਹ ਦੱਸੋ ਕਿ ਰੱਬ ਤੋਂ ਵਿਛੜਿਆ ਕਿਵੇਂ ਜਾਏ? ਰੱਬ ਤੋਂ ਵਿਛੜਨ ਦਾ ਕੋਈ ਤਰੀਕਾ ਦੱਸੋ ਤੇ ਫਿਰ ਮੈਂ ਤੁਹਾਨੂੰ ਮਿਲਣ ਦਾ ਤਰੀਕਾ ਦੱਸ ਦਿਆਂਗਾ। ਜਿਹਦੇ ਤੋਂ ਵਿਛੜਿਆ ਹੀ ਨਹੀਂ ਜਾ ਸਕਦਾ, ਜਿਹੜਾ ਗੁਆਚਿਆ ਹੀ ਨਹੀਂ, ਉਹਨੂੰ ਲੱਭੀਏ ਕਿਵੇਂ? ਮਿਲਾਂਗੇ ਤੇ ਤਾਂ ਨਾ ਜੇ ਅਸੀਂ ਵਿਛੜੇ ਹੋਈਏ। ਹੁਣ ਦੇਖੋ, ਅਸੀਂ ਸਾਰੇ ਵੀਰ ਭੈਣਾਂ ਕਲਾਸ ਵਿੱਚ ਬੈਠੇ ਹਾਂ, ਤਾਂ ਜੇ ਅਸੀਂ ਇੱਕ ਦੂਜੇ ਨੂੰ ਮਿਲਣਾ ਹੋਵੇ ਤਾਂ ਅਸੀਂ ਇੱਕ ਦੂਜੇ ਤੋਂ ਦੂਰ ਹਾਂ। ਘਰ ਵਿੱਚ ਅਸੀਂ ਇੱਕ ਦੂਜੇ ਦੇ ਕੋਲ ਜਾਵਾਂਗੇ, ਆਪਣੇ ਰਿਸ਼ਤੇਦਾਰ ਕੋਲ ਜਾਵਾਂਗੇ, ਤੇ ਜਿਹੜੇ ਬੈਠੇ ਇਕੱਠੇ ਨੇ ਇੱਕ ਦੂਜੇ ਦੇ ਕੋਲ, ਉਹ ਮਿਲਣ ਕਿਵੇਂ? ਰੱਬ ਕਦੇ ਵਿਛੜਿਆ ਨਹੀਂ ਹੈ, ਰੱਬ ਕਦੇ ਗੁਆਚਿਆ ਨਹੀਂ ਹੈ। ਇਸ ਲਈ ਗੁਆਚਿਆ ਹੈ ਬੰਦੇ ਤੋਂ ਇਨਸਾਫ, ਪ੍ਰੇਮ, ਦਇਆ, ਨਿਰਭੈਤਾ, ਨਿਰਵੈਰਤਾ, ਇਨਸਾਨੀਅਤ, ਸੱਚਾਈ, ਇਹ ਚੀਜ਼ਾਂ ਗੁਆਚ ਗਈਆਂ ਨੇ। ਇਹਨਾਂ ਨੂੰ ਆਪਣੇ ਅੰਦਰੋਂ ਲੱਭੋ, ਇਹਨਾਂ ਨੂੰ ਪ੍ਰਗਟ ਕਰੋ, ਤੁਹਾਡੇ ਅੰਦਰ ਨੇ। ਖੈਰ, ਫਿਰ ਵੀ ਉਹਦੇ ਮਿਲਾਪ ਵਾਸਤੇ ਸਾਧਨ ਕੀ ਨੇ? ਉਹਦੇ ਮਿਲਾਪ ਵਾਸਤੇ ਸਾਧਨ ਇੱਕੋ ਹੀ ਹੈ, ਗੁਰ ਪ੍ਰਸਾਦ। ਕਿ ਐਸਾ ਜੋ ਰੱਬ ਹੈ, ਗੁਰੂ ਦੀ ਕਿਰਪਾ ਦੇ ਨਾਲ ਅਸੀਂ ਉਹਦੇ ਵਿੱਚ ਮਿਲ ਸਕਦੇ ਹਾਂ, ਉਹਦੇ ਵਿੱਚ ਅਭੇਦ ਹੋ ਸਕਦੇ ਹਾਂ, ਅਨੁਭਵ ਕਰ ਸਕਦੇ ਹਾਂ। ਚਾਰ ਚੁਫੇਰੇ ਕੁਦਰਤ ਪਸਰੀ ਹੋਈ ਵਿੱਚ ਰੱਬ ਨੂੰ ਵੇਖ ਸਕਦੇ ਹਾਂ। ਕਿਵੇਂ? ਗੁਰੂ ਦੀ ਕਿਰਪਾ ਨਾਲ। ਤਾਂ ਇਹਦਾ ਮਤਲਬ ਇਹ ਹੋਇਆ ਕਿ ਰੱਬ ਵਿੱਚ ਅਭੇਦ ਹੋਣ ਵਾਸਤੇ ਸਾਨੂੰ ਸਭ ਤੋਂ ਪਹਿਲਾਂ ਕੀ ਚਾਹੀਦਾ ਹੈ ਜੀ? ਗੁਰੂ ਦੀ ਕਿਰਪਾ। ਕੀ ਚਾਹੀਦਾ? ਬੋਲੋ ਸਾਰੇ, ਅਨਮਿਊਟ ਰਹਿੰਦਾ ਹੀ। ਕੀ ਚਾਹੀਦਾ ਸਾਨੂੰ? ਗੁਰੂ ਦੀ ਕਿਰਪਾ ਚਾਹੀਦੀ ਹੈ ਨਾ। ਹਾਂ, ਗੁਰੂ ਦੀ ਕਿਰਪਾ। ਉਸ ਤੋਂ ਅੱਗੇ ਫਿਰ ਚੱਲਾਂਗੇ। ਇਸ ਲਈ ਜੇ ਅਸੀਂ ਉਸ ਪ੍ਰਭੂ ਵਿੱਚ ਅਭੇਦ ਹੋਣਾ ਚਾਹੁੰਦੇ ਹਾਂ ਤਾਂ ਸਾਡੀ ਯਾਤਰਾ ਇੱਕ ਓੰਕਾਰ ਤੋਂ ਸ਼ੁਰੂ ਨਹੀਂ ਹੋਣੀ। ਸਾਡੀ ਯਾਤਰਾ ਗੁਰਪ੍ਰਸਾਦ ਤੋਂ ਸ਼ੁਰੂ ਹੋਏਗੀ। ਰੱਬ ਵਿੱਚ ਅਭੇਦ ਹੋਣ ਲਈ ਸਾਨੂੰ ਸਭ ਤੋਂ ਪਹਿਲਾਂ ਚਾਹੀਦਾ ਹੈ ਗੁਰਪ੍ਰਸਾਦ, ਗੁਰੂ ਦੀ ਕਿਰਪਾ। ਤੇ ਗੁਰੂ ਜਦੋਂ ਕਿਰਪਾ ਕਰੇਗਾ ਸਾਨੂੰ ਕੀ ਦੇਵੇਗਾ? ਗਿਆਨ ਦੇਵੇਗਾ। ਕਰ ਕਿਰਪਾ ਅਵਗੁਣ ਕੱਟੇ, ਗਿਆਨ ਅੰਜਨ ਸਾਰਿਆ।
ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼। ਗੁਰੂ ਨੇ ਸਾਨੂੰ ਉਹ ਨਜ਼ਰੀਆ ਦੇਣਾ ਹੈ, ਗੁਰੂ ਨੇ ਸਾਨੂੰ ਗਿਆਨ ਦੇਣਾ ਹੈ, ਜਿਸ ਗਿਆਨ ਰਾਹੀਂ, ਜਿਨ੍ਹਾਂ ਅੱਖਾਂ ਰਾਹੀਂ ਇਸ ਜਗਤ ਦੇ ਅੰਦਰ ਦਾਤੇ ਦੇ ਦੀਦਾਰ ਕਰਨੇ ਨੇ, ਤਾਂ ਸਭ ਤੋਂ ਪਹਿਲਾਂ ਜ਼ਰੂਰਤ ਹੈ ਗੁਰੂ ਗਿਆਨ ਮੁਤਾਬਕ ਜ਼ਿੰਦਗੀ ਜੀਣ ਦੀ। ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਨੂੰ ਅਸੀਂ ਆਪ ਪੜ੍ਹੀਏ, ਵਿਚਾਰੀਏ ਔਰ ਗੁਰਬਾਣੀ ਮੁਤਾਬਕ ਜ਼ਿੰਦਗੀ ਜੀਵੀਏ। ਹੁਣ ਜਿਸ ਨੇ ਆਪਣਾ ਆਪਾ ਗੁਰੂ ਅੱਗੇ ਸਮਰਪਿਤ ਕਰ ਦਿੱਤਾ, ਆਪ ਹੁਦਰਾਪਨ ਛੱਡ ਦਿੱਤਾ, ਗੁਰੂ ਗਿਆਨ ਦੀ ਅਗਵਾਈ ਵਿੱਚ ਜੀਵਿਆ, ਤਾਂ ਗੁਰਪ੍ਰਸਾਦ ਤੋਂ ਅਗਲਾ ਸ਼ਬਦ ਹੈ ਸੈਭੰ। ਉਹਨੂੰ ਸਮਝ ਆਈ ਕਿ ਰੱਬ ਸੈਭੰ ਹੈ, ਸੁਤੇ ਪ੍ਰਕਾਸ਼ ਹੈ। ਹੁਣ ਦੇਖੋ, ਰੱਬ ਆਪਣੇ ਆਪ ਤੋਂ ਆਪ ਹੈ, ਤਾਂ ਸਾਨੂੰ ਇਹਦੇ ਨਾਲ ਕੀ ਫਰਕ ਪੈਂਦਾ ਹੈ? ਜੇ ਰੱਬ ਨੂੰ ਮਾਂ-ਬਾਪ ਨੇ ਵੀ ਪੈਦਾ ਕੀਤਾ ਹੁੰਦਾ, ਸਾਨੂੰ ਕੀ ਫਰਕ ਪੈਣਾ ਸੀ? ਜੇ ਆਪਣੇ ਆਪ ਤੋਂ ਆਪ ਹੈ ਤਾਂ ਸਾਨੂੰ ਕੀ ਫਰਕ ਪੈਂਦਾ ਹੈ? ਹੁਣ ਇਹ ਗੱਲ ਧਿਆਨ ਨਾਲ ਅਸਾਂ ਸਮਝਣੀ ਹੈ ਕਿ ਅਸੀਂ ਉਹਦੇ ਵਿੱਚ ਸਮਾਣਾ ਹੈ ਜੋ ਸੈਭੰ ਹੈ, ਜੋ ਸੁੱਤੇ ਪ੍ਰਕਾਸ਼ ਹੈ, ਜੋ ਆਪਣੇ ਆਪ ਤੋਂ ਆਪ ਹੈ। ਆਪਣੇ ਆਪ ਤੋਂ ਆਪ ਹੋਣਾ ਇਹ ਰੱਬ ਦਾ ਇੱਕ ਗੁਣ ਹੈ। ਉਹ ਆਪਣੇ ਆਪ ਤੋਂ ਆਪ ਹੈ, ਉਹਨੂੰ ਕਿਸੇ ਸਹਾਰੇ ਦੀ ਜ਼ਰੂਰਤ ਨਹੀਂ ਹੈ, ਉਹਨੂੰ ਕੋਈ ਪੈਦਾ ਕਰਨ ਵਾਲਾ ਨਹੀਂ, ਉਹ ਨਿਰਾਲੰਭ, ਬਿਨਾਂ ਸਹਾਰੇ ਤੋਂ। ਹੁਣ ਉਹਦੇ ਵਿੱਚ ਅਸਾਂ ਅਭੇਦ ਹੋਣਾ ਹੈ, ਉਹਨੂੰ ਜਾਣਨਾ ਹੈ, ਉਹਦੇ ਵਿੱਚ ਅਸੀਂ ਸਮਾਣਾ ਹੈ। ਤਾਂ ਜਿਹੜਾ ਸੈਭੰ ਦੇ ਅੰਦਰ ਸਮਾਏਗਾ ਉਹ ਵੀ ਸੈਭੰ ਹੋ ਜਾਏਗਾ ਨਾ। ਜਿਹੜੀ ਬੂੰਦ ਸਮੁੰਦਰ ਵਿੱਚ ਸਮਾਏਗੀ ਉਹ ਸਮੁੰਦਰ ਹੋ ਜਾਏਗੀ। ਨਦੀਆਂ ਅਤੇ ਵਾਹ ਪਵੇਂ ਸਮੁੰਦ ਨਾ ਜਾਣੀਐ। ਨਦੀਆਂ, ਨਾਲੇ, ਦਰਿਆ ਸਮੁੰਦਰ ਵਿੱਚ ਪੈ ਜਾਂਦੇ ਨੇ, ਮੁੜ ਕੇ ਵੱਖਰੇ ਨਹੀਂ ਜਾਣੇ ਜਾਂਦੇ। ਜਿਹੜਾ ਸੈਭੰ ਵਿੱਚ ਮਿਲੇਗਾ ਉਹ ਵੀ ਸੈਭੰ ਹੋ ਜਾਏਗਾ, ਤੇ ਜੇ ਉਹ ਸੈਭੰ ਨਹੀਂ ਹੁੰਦਾ ਤਾਂ ਸੈਭੰ ਦੇ ਨਾਲ ਕਦੇ ਮਿਲੇਗਾ ਨਹੀਂ। ਹੁਣ ਸਾਨੂੰ ਇਹ ਰੱਬ ਦਾ ਗੁਣ ਧਾਰਨ ਕਰਨਾ ਪਵੇਗਾ। ਜੋ ਸੈਭੰ ਨੂੰ ਮੰਨੇਗਾ ਉਹ ਆਪਣੇ ਪੈਰਾਂ ਤੇ ਆਪ ਖਲੋਏਗਾ, ਬੇਗਾਨਾ ਹੱਕ ਨਹੀਂ ਖਾਏਗਾ। ਉਹ ਆਪਣੇ ਸਹਾਰੇ ਆਪ ਜ਼ਿੰਦਗੀ ਜੀਵੇਗਾ, ਆਪਣੇ ਪੈਰਾਂ ਤੇ ਆਪ ਖਲੋਏਗਾ। ਜੋ ਕਿਸੇ ਵੀ ਕਿਸਮ ਦੇ ਨਾਲ ਬੇਗਾਨਾ ਹੱਕ ਖਾਂਦੇ ਨੇ, ਚਾਹੇ ਉਹ ਰਿਸ਼ਵਤ ਲੈਂਦੇ ਨੇ, ਚਾਹੇ ਉਹ ਭਰਾ ਦੀ ਪ੍ਰੋਪਰਟੀ ਦਬਾ ਲੈਂਦੇ ਨੇ, ਚਾਹੇ ਉਹ ਚੋਰੀ ਕਰ ਲੈਂਦੇ ਨੇ, ਕਿਸੇ ਵੀ ਢੰਗ ਦੇ ਨਾਲ ਬੇਗਾਨਾ ਹੱਕ ਖਾਣ ਵਾਲਾ ਬੰਦਾ ਸੈਭੰ ਨੂੰ ਮੰਨਣ ਵਾਲਾ ਨਹੀਂ ਹੋ ਸਕਦਾ। ਉਹ ਸੈਭੰ ਨੂੰ ਨਹੀਂ ਮੰਨ ਰਿਹਾ। ਅਸੀਂ ਦੇਖਦੇ ਹਾਂ ਰਿਸ਼ਵਤਖੋਰੀ, ਚੋਰ ਬਜ਼ਾਰੀ, 2 ਨੰਬਰ ਦੇ ਧੰਦੇ, ਆ ਮਿਲਾਵਟਾਂ, ਦਵਾਈਆਂ ਵਿੱਚ ਕਿੰਨਾ ਕੁਛ ਹੋ ਰਿਹਾ ਹੈ। ਤੇ ਉਹ ਜੇ ਲੋਕ ਗੁਰਦੁਆਰੇ ਜਾ ਕੇ, ਮੰਦਰ ਮਸੀਤ ਤੇ ਜਾ ਕੇ ਰੱਬ ਨੂੰ ਮੱਥਾ ਟੇਕਣ ਤਾਂ ਸਮਝ ਲੈਣਾ ਧੋਖਾ ਹੈ। ਸੈਭੰ ਦਾ ਗੁਣ ਅਪਣਾਉਣਾ ਪਵੇਗਾ। ਇਹਨਾਂ ਦੇਸ਼ਾਂ ਵਿੱਚ ਵੀ ਅਸੀਂ ਦੇਖਦੇ ਹਾਂ, ਜਿਵੇਂ ਇੰਗਲੈਂਡ ਹੈ, ਜਿਸ ਦੇਸ਼ ਵਿੱਚ ਅਸੀਂ ਬੈਠੇ ਹਾਂ, ਇੱਥੇ ਵੀ ਜਦੋਂ ਕਿਸੇ ਕੋਲ ਕੰਮ ਨਾ ਹੋਵੇ ਜਾਂ ਕੋਈ ਡਿਸੇਬਲ ਹੈ ਤਾਂ ਸਰਕਾਰ ਵੱਲੋਂ ਉਹਨੂੰ ਸਹਾਇਤਾ ਮਿਲਦੀ ਹੈ। ਕਾਨੂੰਨੀ ਤੌਰ ਤੇ ਉਹ ਹੱਕਦਾਰ ਹੈ ਜਿਹੜਾ ਡਿਸੇਬਲ ਹੈ ਜਾਂ ਉਹਦੇ ਕੋਲ ਕੰਮ ਨਹੀਂ ਹੈ। ਹਕੀਕਤ ਵਿੱਚ ਜ਼ਰੂਰਤ ਹੈ ਤਾਂ ਉਹ ਲੈ ਸਕਦਾ। ਲੇਕਿਨ ਕਈ ਲੋਕ ਐਸੇ ਨੇ ਜਿਹੜੇ ਚੰਗੇ ਭਲੇ ਹੱਟੇ ਕੱਟੇ ਨੇ, ਔਰ ਉਹਨਾਂ ਨੇ ਲਿਖਾ ਦਿੱਤਾ ਹੈ ਜੀ ਮੇਰੀ ਤੇ ਲੱਕ ਨਹੀਂ ਪੀੜ ਕਰਦਾ, ਮੈਂ ਤੇ ਉੱਠਣ ਜੋਗਾ ਹੀ ਨਹੀਂ। ਉਹ ਸੋਟੀਆਂ ਲੈ ਕੇ ਐਵੇਂ ਨਿਕਲਦੇ ਨੇ ਬਾਹਰ। ਹੈ ਚੰਗੇ ਭਲੇ ਨੇ, ਚੋਰੀ ਕੰਮ ਵੀ ਕਰਦੇ ਨੇ, ਚੋਰੀ ਕੰਮ ਵੀ ਕਰਦੇ ਨੇ, ਪੈਸੇ ਵੀ ਲੈਂਦੇ ਨੇ ਕਿਸੇ ਵੀ ਢੰਗ ਨਾਲ। ਤਾਂ ਉਹ ਸੈਭੰ ਨੂੰ ਮੰਨਣ ਵਾਲੇ ਨਹੀਂ ਹਨ। ਹਾਂ, ਜਿਹਦਾ ਲੱਕ ਪੀੜ ਕਰਦਾ, ਕੰਮ ਨਹੀਂ ਕਰ ਸਕਦਾ, ਉਹ ਹੱਕਦਾਰ ਹੈ, ਉਹਨੂੰ ਲੈਣੇ ਚਾਹੀਦੇ ਨੇ। ਪਰ ਜਿਹੜਾ ਬੰਦਾ ਪੈਸੇ ਵੀ ਲੈ ਰਿਹਾ ਹੈ, ਕੰਮ ਵੀ ਕਰ ਰਿਹਾ ਹੈ, ਤਾਂ ਉਹ ਸੈਭੰ ਨੂੰ ਮੰਨਣ ਵਾਲਾ ਨਹੀਂ ਹੈ। ਇਸ ਲਈ ਗੁਰੂ ਦੀ ਕਿਰਪਾ ਰਾਹੀਂ ਪਤਾ ਲੱਗੇਗਾ ਕਿ ਮੈਂ ਸੈਭੰ ਹੋਣਾ ਹੈ, ਸੈਭੰ ਦੇ ਨਾਲ ਮਿਲਣਾ ਹੈ, ਮੈਂ ਸੈਭੰ ਦਾ ਰੂਪ ਹਾਂ, ਮੈਂ ਉਹਦੀ ਅੰਸ਼ ਹਾਂ। ਅਗਲਾ ਸ਼ਬਦ ਹੈ ਅਜੂਨੀ। ਰੱਬ ਅਜੂਨੀ ਹੈ, ਉਹ ਜੂਨਾਂ ਵਿੱਚ ਨਹੀਂ ਆਉਂਦਾ। ਤੇ ਜੇ ਰੱਬ ਜੂਨਾਂ ਵਿੱਚ ਆਏ ਤੇ ਸਾਨੂੰ ਕੀ ਫਰਕ ਪੈਂਦਾ ਹੈ? ਜੇ ਨਹੀਂ ਜੂਨ ਵਿੱਚ ਆਉਂਦਾ ਤੇ ਸਾਨੂੰ ਕੀ ਫਰਕ ਪਿਆ? ਅਸੀਂ ਦੇਖਦੇ ਹਾਂ ਕਈ ਧਰਮਾਂ ਦੇ ਵਿੱਚ ਰੱਬ ਨੂੰ ਅਵਤਾਰ ਮੰਨਿਆ ਜਾਂਦਾ ਹੈ। ਵਰਾ ਅਵਤਾਰ, ਸੂਰ ਦਾ ਅਵਤਾਰ ਧਰ ਕੇ ਰੱਬ ਆਇਆ, ਮੰਨ ਰਹੇ ਨੇ, ਉਹਨਾਂ ਦੀ ਮਰਜ਼ੀ ਹੈ। ਤੇ ਜੇ ਸੂਰ ਦਾ ਅਵਤਾਰ ਧਾਰਨ ਰੱਬ ਕਰਕੇ ਆ ਜਾਏ ਤੇ ਸਾਨੂੰ ਕੀ ਫਰਕ ਪਵੇਗਾ? ਜੇ ਨਹੀਂ ਜੂਨਾਂ ਵਿੱਚ ਤੇ ਸਾਨੂੰ ਕੀ ਫਰਕ ਪਿਆ? ਰੱਬ ਦਾ ਗੁਣ ਹੈ ਇੱਕ ਅਜੂਨੀ। ਗੁਰੂ ਦੀ ਕਿਰਪਾ ਨਾਲ ਸਾਨੂੰ ਦੂਜੇ ਗੁਣ ਦਾ ਪਤਾ ਲੱਗੇਗਾ ਕਿ ਅਸੀਂ ਵੀ ਅਜੂਨੀ ਹੋਣਾ ਹੈ, ਅਸੀਂ ਅਜੂਨੀ ਹੋਣਾ ਹੈ।
ਅਜੂਨੀ ਨਾਲ ਜੁੜ ਕੇ ਅਜੂਨੀ ਹੋਣਾ ਹੈ, ਜੂਨਾਂ ਚੋਂ ਬਾਹਰ ਆਉਣਾ ਹੈ। ਤੇ ਜੂਨਾਂ ਕੀ ਨੇ? ਪਸ਼ੂ ਬਿਰਤੀਆਂ। ਜਿਵੇਂ ਮੈਂ ਪਹਿਲਾਂ ਕਲਾਸਾਂ ਵਿੱਚ ਕਈ ਵਾਰ ਵਿਚਾਰ ਕਰ ਚੁੱਕਾ ਕਿ ਜਦੋਂ ਅਸੀਂ ਬੇਗਾਨਾ ਹੱਕ ਖਾਂਦੇ ਹਾਂ ਉਦੋਂ ਅਸੀਂ ਕੁੱਤੇ ਦੀ ਜੂਨ ਵਿੱਚ ਹੁੰਦੇ ਹਾਂ। ਜਦੋਂ ਅਸੀਂ ਕੇਵਲ ਮੱਲਾਂ ਹੀ ਮਾਰਦੇ ਹਾਂ ਉਦੋਂ ਅਸੀਂ ਸੱਪ ਦੀ ਜੂਨ ਵਿੱਚ ਹੁੰਦੇ ਹਾਂ। ਜਦੋਂ ਅਸੀਂ ਕੇਵਲ ਕਰਨੀ ਚਲਾਕੀ ਦੀਆਂ ਗੱਲਾਂ ਕਰਦੇ ਹਾਂ, ਕਥਨੀ ਕਰਦੇ ਹਾਂ, ਕਰਨੀ ਨਹੀਂ ਹੁੰਦੀ, ਉਦੋਂ ਅਸੀਂ ਕਾਂ ਦੀ ਜੂਨ ਵਿੱਚ ਹੁੰਦੇ ਹਾਂ। ਸਾਰਾ ਦਿਨ ਕਾਂ ਕਾਂ, ਚੁਗਲੀਆਂ, ਨਿੰਦਾ। ਜਦੋਂ ਅਸੀਂ ਕਿਸੇ ਦੀ ਗੱਲ ਵੱਡੇ ਦੀ ਨਹੀਂ ਮੰਨਦੇ, ਚੰਗੀ ਗੱਲ ਨਹੀਂ ਮੰਨਦੇ, ਅਸੀਂ ਸਮਾਜ ਦੇ ਨਿਯਮਾਂ ਨੂੰ, ਧਰਮ ਦੇ ਨਿਯਮਾਂ ਨੂੰ ਤੋੜਦੇ ਹਾਂ, ਉਦੋਂ ਅਸੀਂ ਝੂਠੇ ਦੀ ਜੂਨ ਵਿੱਚ ਹੁੰਦੇ ਹਾਂ। ਮਾਤਾ ਭੈਂਸਾ ਅਮੂਹਾਂ ਜਾਏ। ਇਸ ਲਈ ਗੁਰਦੇਵ ਪਾਤਸ਼ਾਹ ਜੀ ਕਹਿ ਰਹੇ ਨੇ ਕਿ ਅਜੂਨੀ ਹੋਣਾ ਹੈ, ਇਨਸਾਨੀਅਤ ਪੈਦਾ ਕਰਨੀ ਆਪਣੇ ਅੰਦਰ। ਸਵੇਰ ਤੋਂ ਲੈ ਕੇ ਸ਼ਾਮ ਤੱਕ ਬੰਦਾ ਕਿੰਨੀਆਂ ਜੂਨਾਂ ਵਿੱਚ ਭਟਕਦਾ ਨਾ ਸੁਭਾਅ ਕਰਕੇ। ਅਜੂਨੀ ਨੂੰ ਮੰਨਣ ਵਾਲਾ ਉਹ ਹੈ ਜਿਹਦੇ ਅੰਦਰ ਇਹ ਦੋਸ਼ ਨਹੀਂ, ਪਸ਼ੂ ਬਿਰਤੀਆਂ ਨਹੀਂ ਹਨ। ਤਾਂ ਗੁਰੂ ਦੀ ਕਿਰਪਾ ਨਾਲ ਸਾਨੂੰ ਤੀਜੇ ਗੁਣ ਦਾ ਪਤਾ ਲੱਗੇਗਾ ਕਿ ਅਸੀਂ ਆਪਣੀ ਜ਼ਿੰਦਗੀ ਚੋਂ ਪਸ਼ੂ ਬਿਰਤੀਆਂ ਖਤਮ ਕਰਨੀਆਂ ਨੇ। ਅਗਲਾ ਸ਼ਬਦ ਹੈ ਅਕਾਲ ਮੂਰਤ। ਅਕਾਲ ਮੂਰਤ ਦਾ ਮਤਲਬ ਕਾਲ ਰਹਿਤ ਹਸਤੀ। ਰੱਬ ਨੂੰ ਮੌਤ ਨਹੀਂ ਆਉਂਦੀ, ਉਹ ਕਦੇ ਮਰਦਾ ਨਹੀਂ, ਉਹਦੇ ਤੇ ਸਮੇਂ ਦਾ ਕੋਈ ਪ੍ਰਭਾਵ ਨਹੀਂ। ਅਸੀਂ ਵੀ ਅਮਰ ਹੋਣਾ ਹੈ, ਅਸੀਂ ਵੀ ਮੌਤ ਤੋਂ ਬਚਣਾ ਹੈ, ਔਰ ਮੌਤ ਤੋਂ ਬਚਿਆ ਜਾ ਸਕਦਾ ਹੈ। ਜਿਹੜਾ ਮਰਦਾ ਹੈ ਨਾ, ਸਾਰਾ ਦਿਨ ਮਰਦਾ ਹੈ, ਉਹ ਰੱਬ ਵਿੱਚ ਨਹੀਂ ਮਿਲਦਾ। ਜਿਹੜਾ ਰੱਬ ਵਿੱਚ ਮਿਲ ਜਾਏ, ਰੱਬ ਨੂੰ ਜਾਣ ਲਵੇ, ਉਹਨੂੰ ਪਤਾ ਲੱਗ ਜਾਂਦਾ ਹੈ ਕਿ ਮੈਂ ਮੌਤ ਤੋਂ ਰਹਿਤ ਹੋਣਾ ਹੈ। ਗੁਰੂ ਦੀ ਕਿਰਪਾ ਨਾਲ ਸਾਨੂੰ ਪਤਾ ਲੱਗੇਗਾ ਚੌਥੇ ਗੁਣ ਦਾ ਕਿ ਅਸੀਂ ਮੌਤ ਤੋਂ ਰਹਿਤ ਹੋਣਾ ਹੈ। ਤੇ ਬੰਦਾ ਮਰਦਾ ਕਿਵੇਂ ਹੈ? ਸਰੀਰਕ ਮੌਤ ਦੀ ਗੱਲ ਨਹੀਂ, ਉਹ ਤੇ ਸਾਰਿਆਂ ਨੇ ਮਰ ਜਾਣਾ ਹੈ। ਗੱਲ ਜ਼ਮੀਰ ਦੀ ਮੌਤ ਦੀ ਹੈ, ਗੱਲ ਆਤਮਿਕ ਮੌਤ ਦੀ ਹੈ। ਮੰਨ ਲਓ ਮੈਂ ਤੁਹਾਡੇ ਪੈਸੇ ਚੋਰੀ ਕਰਦਾ, ਮੈਂ ਇੱਥੇ ਗੁਰਦੁਆਰਾ ਸਾਹਿਬ ਬੈਠਾ ਹਾਂ, ਕੋਈ 5 ਪਾਉਂਡ ਮੱਥਾ ਟੇਕ ਕੇ ਗਿਆ ਤੇ ਮੈਂ ਉਹ ਪੈਸੇ ਚੁੱਕ ਕੇ ਆਪਣੇ ਜੇਬ 'ਚ ਪਾ ਲਏ, ਚੋਰੀ ਕਰ ਲਿਆ। ਇਹਦਾ ਮਤਲਬ ਮੈਂ ਮਰ ਗਿਆ, ਮੇਰੀ ਮੌਤ ਹੋ ਗਈ, ਹੁਣ ਮੈਂ ਜਿਉਂਦਾ ਨਹੀਂ ਹਾਂ। ਕਿਉਂਕਿ ਬੰਦਾ ਚੋਰੀ ਉਦੋਂ ਕਰੇਗਾ ਜਦੋਂ ਉਹਦੇ ਅੰਦਰੋਂ ਇਨਸਾਨੀਅਤ ਮਰੇਗੀ। ਜਿਉਂਦੀ ਜ਼ਮੀਰ ਵਾਲਾ ਬੰਦਾ ਚੋਰੀ ਨਹੀਂ ਕਰੇਗਾ। ਕਿਸੇ ਦੀ ਧੀ ਭੈਣ ਨੂੰ ਅਸੀਂ ਮਾੜੀ ਨਜ਼ਰ ਨਾਲ ਤੱਕਦੇ ਹਾਂ ਤਾਂ ਉਦੋਂ ਬੰਦੇ ਦੀ ਅੰਦਰੋਂ ਮੌਤ ਹੋ ਜਾਂਦੀ ਹੈ, ਇਨਸਾਨੀਅਤ ਮਰ ਜਾਂਦੀ ਹੈ। ਜਿਹੜਾ ਜਿਉਂਦਾ ਇਨਸਾਨ ਹੈ ਨਾ, ਜਿਹਦੇ ਅੰਦਰ ਇਨਸਾਨੀਅਤ ਜਿਉਂਦੀ ਹੈ, ਉਹ ਹਰ ਧੀ ਭੈਣ ਨੂੰ ਆਪਣੀ ਧੀ ਭੈਣ ਦੀ ਤਰ੍ਹਾਂ ਪਿਆਰ ਔਰ ਸਤਿਕਾਰ ਦੇਵੇਗਾ। ਮਾੜਾ ਕਰਮ ਕਰਨਾ ਦੂਰ ਦੀ ਗੱਲ, ਉਹ ਮਾੜਾ ਸੋਚੇਗਾ ਵੀ ਨਹੀਂ। ਤੇ ਜਦੋਂ ਕੋਈ ਮਾੜਾ ਸੋਚਦਾ ਹੈ ਬੇਗਾਨੀ ਔਰਤ ਨੂੰ ਵੇਖ ਕੇ, ਉਦੋਂ ਅੰਦਰੋਂ ਮਰ ਗਿਆ ਹੁੰਦਾ ਹੈ। ਜਦੋਂ ਬੰਦਾ ਹੰਕਾਰ ਕਰਕੇ ਦੂਜਿਆਂ ਨੂੰ ਨੀਵਾਂ ਵਿਖਾਉਂਦਾ ਹੈ, ਦੂਜਿਆਂ ਨੂੰ ਨੀਵਾਂ ਵਿਖਾਉਂਦਾ ਹੈ, ਉਦੋਂ ਬੰਦਾ ਮਰ ਚੁੱਕਾ ਹੁੰਦਾ ਹੈ। ਇਨਸਾਨੀਅਤ ਮਰ ਜਾਂਦੀ ਹੈ ਉਦੋਂ। ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਜਦੋਂ ਹੰਕਾਰ ਵਾਲੇ ਬੋਲ ਬੋਲ ਕੇ ਕਿਸੇ ਨੂੰ ਨੀਵਾਂ ਵਿਖਾਉਂਦੇ ਹੋ, ਉਦੋਂ ਤੁਹਾਡੀ ਅੰਦਰੋਂ ਮੌਤ ਹੋ ਗਈ ਹੁੰਦੀ ਹੈ, ਉਦੋਂ ਮੈਂ ਮਰ ਗਿਆ ਹੁੰਦਾ ਹਾਂ। ਕਿਉਂਕਿ ਇਨਸਾਨੀਅਤ ਮਰੇਗੀ ਤੇ ਬੰਦਾ ਦੂਜੇ ਨੂੰ ਨੀਵਾਂ ਵਿਖਾਏਗਾ ਨਾ, ਵੈਸੇ ਤਾਂ ਨਹੀਂ। ਤਾਂ ਰੱਬ ਅਕਾਲ ਮੂਰਤ, ਉਹਦੀ ਹਸਤੀ ਕਾਲ ਤੋਂ ਰਹਿਤ ਹੈ। ਗੁਰੂ ਦੀ ਕਿਰਪਾ ਨਾਲ ਸਾਨੂੰ ਪਤਾ ਲੱਗੇਗਾ, ਅਸੀਂ ਵੀ ਕਾਲ ਤੋਂ ਰਹਿਤ ਹੋਵਾਂਗੇ, ਆਪਣੇ ਅੰਦਰ ਇਨਸਾਨੀਅਤ ਪੈਦਾ ਕਰਾਂਗੇ। ਤੇ ਧਿਆਨ ਦਿਓ, ਜੇ ਸਾਰੀ ਦੁਨੀਆ ਦੇ ਲੋਕ ਇਸ ਤਰ੍ਹਾਂ ਹੋ ਜਾਣ ਤਾਂ ਇਹ ਦੇਸ਼, ਇਹ ਸੰਸਾਰ, ਇਹ ਸਮਾਜ ਕਿੰਨਾ ਸੁਹਾਵਣਾ ਹੋ ਜਾਏਗਾ। ਜਦੋਂ ਅਸੀਂ ਬੇਟੀ ਵਾਲਿਆਂ ਤੋਂ ਦਹੇਜ ਮੰਗ ਕੇ ਲੈਂਦੇ ਹਾਂ, ਉਦੋਂ ਅਸੀਂ ਮਰ ਜਾਂਦੇ ਹਾਂ। ਜਦੋਂ ਕੋਈ ਨੂੰਹ ਆਪਣੀ ਸੱਸ ਦਾ ਸਹੀ ਬਣਦਾ ਆਦਰ ਸਤਿਕਾਰ ਨਹੀਂ ਕਰਦੀ, ਨਿਰਾਦਰ ਕਰਦੀ ਹੈ, ਉਦੋਂ ਉਹ ਨੂੰਹ ਦੇ ਅੰਦਰੋਂ ਇਨਸਾਨੀਅਤ ਮਰ ਚੁੱਕੀ ਹੁੰਦੀ ਹੈ। ਤੇ ਜਦੋਂ ਕੋਈ ਸੱਸ ਆਪਣੀ ਨੂੰਹ ਦੇ ਨਾਲ ਦੁਰਵਿਵਹਾਰ ਕਰਦੀ ਹੈ, ਉਦੋਂ ਅੰਦਰੋਂ ਇਨਸਾਨੀਅਤ ਮਰ ਚੁੱਕੀ ਹੁੰਦੀ ਹੈ। ਇਹ ਸਾਰਿਆਂ ਰਿਸ਼ਤਿਆਂ ਦੇ ਉੱਤੇ ਚੀਜ਼ ਲਾਗੂ ਹੁੰਦੀ ਹੈ। ਇਸ ਲਈ ਅਜੂਨੀ ਅਕਾਲ ਮੂਰਤ, ਅਸੀਂ ਕਾਲ ਤੋਂ ਰਹਿਤ ਹੋਣਾ ਹੈ। ਅਗਲਾ ਸ਼ਬਦ ਹੈ ਨਿਰਵੈਰ।
ਤਾਂ ਗੁਰੂ ਦੀ ਕਿਰਪਾ ਦੇ ਨਾਲ ਸਾਨੂੰ ਸਮਝ ਆਏਗੀ ਰੱਬ ਨਿਰਵੈਰ ਹੈ। ਅਸੀਂ ਨਿਰਵੈਰ ਦੇ ਅੰਦਰ ਮਿਲਣਾ ਹੈ, ਅਸੀਂ ਵੀ ਨਿਰਵੈਰ ਹੋਣਾ ਹੈ। ਜੇ ਦੇਖੋ ਧਰਮਾਂ ਦੇ ਵਿੱਚ ਕਿੰਨੇ ਝਗੜੇ ਨੇ, ਇੱਕ ਧਰਮ ਦੂਜੇ ਧਰਮ ਦਾ ਵੈਰੀ ਹੈ। ਧਰਮ ਦੇ ਨਾਮ ਤੇ ਜਿੰਨੀ ਕਤਲਾਮ ਹੋਈ ਹੈ, ਜਿੰਨਾ ਅਤਿਆਚਾਰ ਹੋਇਆ ਹੈ, ਜਿੰਨੇ ਲੜਾਈ ਦੰਗੇ ਫਸਾਦ ਹੋਏ ਨੇ, ਉਹਨਾਂ ਤੇ ਕਿਤੇ ਵੀ ਨਹੀਂ ਹੋਇਆ। 84 ਵਿੱਚ ਵੇਖ ਲਓ ਦਿੱਲੀ, ਕਾਨਪੁਰ, ਹੋਰ ਕੀ ਹਾਲ ਹੋਇਆ ਸੀ। ਹੋਰ ਦੇਸ਼ਾਂ ਵਿੱਚ ਵੇਖ ਲਓ ਧਰਮ ਦੇ ਨਾਮ ਤੇ ਦੰਗੇ ਫਸਾਦ। ਇੱਕ ਹੀ ਧਰਮ ਦੇ ਲੋਕ ਆਪਣੇ ਹੀ ਧਰਮ ਦੇ ਲੋਕਾਂ ਦੇ ਵੈਰੀ ਔਰ ਖੂਨ ਦੇ ਪਿਆਸੇ ਬਣੇ ਪਏ ਨੇ। ਗੁਰਦੁਆਰਿਆਂ ਦੇ ਅੰਦਰ ਪੱਗਾਂ ਲੈ ਰਹੀਆਂ ਨੇ ਇੱਕ ਦੂਜੇ ਦੀਆਂ, ਤੇ ਅਸੀਂ ਕਹਿ ਰਹੇ ਹਾਂ ਨਿਰਵੈਰ ਹੈ ਰੱਬ। ਲਾਂਤਿਓ, ਜੇ ਨਿਰਵੈਰ ਹੈ ਰੱਬ ਤੇ ਤੁਸੀਂ ਵੀ ਨਿਰਵੈਰ ਹੋ। ਰੱਬ ਵੈਰ ਨਹੀਂ ਕਰਦਾ, ਤੁਸੀਂ ਕਿਉਂ ਠੇਕਾ ਲਿਆ ਹੈ ਦੂਜਿਆਂ ਨੂੰ ਮਾਰਨ ਦਾ? ਜੇ ਰੱਬ ਨੇ ਮਾਰਨਾ ਹੋਏ ਨਾ, ਤੇ ਕੀ ਉਹ ਕਿਸੇ ਧਰਮ ਨੂੰ ਖਤਮ ਨਹੀਂ ਕਰ ਸਕਦਾ? ਕਿਸੇ ਕਮਿਊਨਿਟੀ ਨੂੰ ਮਾਰ ਨਹੀਂ ਸਕਦਾ? ਉਹਨੇ ਕਮਿਊਨਿਟੀ ਪੈਦਾ ਹੀ ਕਿਉਂ ਕਰਨੀ ਸੀ? ਨਿਰਵੈਰ ਹੈ ਉਹ। ਸਾਰਿਆਂ ਨੂੰ ਆਕਸੀਜਨ ਮਿਲ ਰਹੀ ਹੈ, ਸਾਰਿਆਂ ਨੂੰ ਪਾਣੀ ਮਿਲ ਰਿਹਾ ਹੈ, ਧਰਤੀ ਸਾਂਝੀ, ਚੰਦਰਮਾ ਸਾਂਝਾ, ਸੂਰਜ ਸਾਂਝਾ, ਜੀਵਨ ਸਾਂਝਾ, ਸਭ ਕੁਛ ਤੇ ਨਿਰਵੈਰ ਤੋਂ ਰਹਿਤ। ਤੇ ਧਰਤੀ ਕਿਸੇ ਨਾਲ ਵੈਰ ਨਹੀਂ ਕਰ ਰਹੀ, ਪਾਣੀ ਕਿਸੇ ਨਾਲ ਵੈਰ ਨਹੀਂ ਕਰ ਰਿਹਾ, ਚੰਦਰਮਾ ਦਾ ਕਿਸੇ ਨਾਲ ਵੈਰ ਨਹੀਂ, ਸੂਰਜ ਦਾ ਕਿਸੇ ਨਾਲ ਵੈਰ ਨਹੀਂ। ਅਸੀਂ ਕਹਿ ਰਹੇ ਹਾਂ ਨਿਰਵੈਰ, ਤੇ ਇੱਕ ਦੂਜੇ ਦੇ ਅਸੀਂ ਸਿਰ ਪਾੜ ਰਹੇ ਪਏ। ਅਸੀਂ ਆਪਣੇ ਹੀ ਘਰਾਂ ਨੂੰ ਕੁਰੂਕਸ਼ੇਤਰ ਦਾ ਮੈਦਾਨ ਬਣਾ ਲਿਆ। ਪਤੀ ਪਤਨੀ ਨੇ ਇੱਕ ਦੂਜੇ ਵੱਲ ਕਸੁੰਨ ਕੱਸੇ ਹੋਏ ਨੇ, ਭਰਾਵਾਂ ਨੇ ਕੱਸੇ ਹੋਏ ਨੇ, ਮਾਂ ਪਿਓ ਨੇ ਬੱਚਿਆਂ ਨਾਲ। ਤਾਂ ਨਿਰਵੈਰ ਹੈ। ਗੁਰੂ ਦੇ ਗਿਆਨ ਰਾਹੀਂ ਸਾਨੂੰ ਸਮਝ ਆਏਗੀ ਅਸੀਂ ਉਸ ਨਿਰਵੈਰ ਦੀ ਅੰਸ਼ ਹਾਂ, ਨਿਰਵੈਰ ਦਾ ਰੂਪ ਹਾਂ, ਨਿਰਵੈਰ ਹੋਣਾ ਹੈ। ਅਗਲਾ ਸ਼ਬਦ ਹੈ ਨਿਰਭਉ। ਰੱਬ ਨੂੰ ਭਉ ਨਹੀਂ ਹੈ, ਡਰ ਨਹੀਂ ਹੈ, ਕਿਉਂਕਿ ਉਹਦੇ ਵਰਗਾ ਕੋਈ ਹੋਰ ਹੈ ਨਹੀਂ। ਨਾ ਉਹ ਡਰਦਾ ਹੈ ਨਾ ਡਰਾਉਂਦਾ ਹੈ। ਰਾਤ ਨੂੰ ਰੱਬ ਡਰਾਉਣ ਆਇਆ ਕਿਸੇ ਨੂੰ ਵੀ ਤੂੰ ਗੁਰਦੁਆਰੇ ਨਾ ਗਿਆ ਤੇ ਸਵੇਰੇ ਮੈਂ ਤੇਰੀਆਂ ਲੱਤਾਂ ਭੰਨ ਦੇਣੀਆਂ ਨੇ? ਰੱਬ ਨੇ ਕਦੇ ਕਿਸੇ ਨੂੰ ਕਿਹਾ? ਜਾਂ ਉਹਨੇ ਕਿਹਾ ਕਿ ਜੇ ਤੂੰ ਇੱਧਰ ਗਿਆ ਤੇ ਮੈਂ ਤੇਰੀਆਂ ਟੰਗਾਂ ਤੋੜਾਂਗਾ? ਨਾ, ਰੱਬ ਨੇ ਨਹੀਂ ਡਰਾਇਆ। ਤੇਰੀ ਮਰਜ਼ੀ, ਜੋ ਮਰਜ਼ੀ ਕਰ, ਰੱਬੀ ਕਾਨੂੰਨ ਵਿੱਚ ਤੈਨੂੰ ਚੰਗਾ ਮੰਦਾ ਫਲ ਆਪੇ ਹੀ ਮਿਲੀ ਜਾਣਾ ਹੈ। ਅਸੀਂ ਡਰਾ ਰਹੇ ਹਾਂ, ਲੰਘੀ ਸਾਡੇ ਗਲੀ ਦੇ ਵਿੱਚੋਂ, ਆਈ ਜਰਾ ਸਾਡੇ ਘਰ ਵੱਲ, ਪਾਈ ਮੇਰੇ ਪਲਾਟ ਦੇ ਵਿੱਚ ਪੈਰ, ਦੁਬਾਰਾ ਤੂੰ ਖੰਘੀ ਸਾਡੀ ਗਲੀ 'ਚ। ਅਸੀਂ ਕਰ ਰਹੇ ਹਾਂ ਨਾ। ਕਈ ਲੋਕ ਛਾਤੀ ਤੇ ਹੱਥ ਮਾਰਦੇ ਨੇ, ਮੈਂ ਨਹੀਂ ਡਰਦਾ ਕਿਸੇ ਦੇ ਪਿਓ ਤੋਂ ਵੀ। ਬਈ ਚੰਗੀ ਗੱਲ ਹੈ, ਨਹੀਂ ਡਰਨਾ ਚਾਹੀਦਾ। ਤੂੰ ਨਹੀਂ ਡਰਦਾ ਇਹ ਤਾਂ ਬਹੁਤ ਚੰਗੀ ਗੱਲ ਹੈ, ਪਰ ਤੂੰ ਡਰਾਉਂਦਾ ਤੇ ਹੈ, ਲੋਕਾਂ ਨੂੰ ਡਰਾ ਰਹੇ ਹੈ। ਤਾਂ ਜਦੋਂ ਅਸੀਂ ਗੁਰੂ ਗਿਆਨ ਰਾਹੀਂ ਸਮਝਾਂਗੇ, ਅਸੀਂ ਵੀ ਨਿਰਭਉ ਹੋਵਾਂਗੇ। ਭੈ ਕਾਹੂ ਕੋ ਦੇਤ ਨਹਿ, ਨਹਿ ਪੈ ਮਾਨਤ ਆਨ, ਕਹੋ ਨਾਨਕ ਸੁਨ ਰੇ ਮਨਾ, ਗਿਆਨੀ ਤਾਹੇ ਬਖਾਨ। ਫਿਰ ਜੀਓ ਤੇ ਜੀਣ ਦਿਓ ਦਾ ਸਿਧਾਂਤ ਲਾਗੂ ਹੋਏਗਾ। ਦੁਨੀਆ 'ਚੋਂ ਜ਼ੁਲਮ ਖਤਮ ਹੋ ਜਾਏਗਾ, ਅਤਿਆਚਾਰ ਖਤਮ ਹੋ ਜਾਏਗਾ। ਅਗਲਾ ਸ਼ਬਦ ਹੈ ਪੁਰਖ, ਕਰਤਾ ਪੁਰਖ। ਰੱਬ ਸਮਾਇਆ ਹੋਇਆ ਹੈ ਹਰ ਇੱਕ ਦੇ ਅੰਦਰ। ਘਟ ਘਟ ਮੈਂ ਹਰਜੂ ਬਸੇ। ਦੇਖੋ, ਮੈਂ ਵੀ ਕਹਿ ਰਿਹਾ, ਤੁਸੀਂ ਵੀ ਕਹਿੰਦੇ ਹੋ, ਸਭ ਮਹਿ ਜੋਤ ਜੋਤ ਹੈ ਸੋਏ। ਸਾਡੀ ਜ਼ਬਾਨ ਨਹੀਂ ਸੁੱਕਦੀ ਇਹ ਗੱਲ ਕਹਿੰਦੇ ਆ। ਸਾਰਿਆਂ ਦੀ ਜ਼ਬਾਨ ਤੇ ਹੈ, ਰੱਬ ਸਭ ਵਿੱਚ ਵਸਦਾ ਹੈ, ਸਭ ਮੈਂ ਜੋਤ ਜੋਤ ਹੈ ਸੋਏ। ਸੱਚ ਦੱਸਿਓ, ਆਪਣੇ ਆਪ ਤੋਂ ਪੁੱਛੋ। ਮੈਂ ਵੀ ਪੁੱਛਾਂ, ਤੁਸੀਂ ਵੀ ਪੁੱਛੋ ਕਿ ਜੇ ਸਾਡੇ ਸਾਰਿਆਂ ਵਿੱਚ ਜੋਤ ਹੈ ਤਾਂ ਕੀ ਸਾਰਿਆਂ ਨਾਲ ਰੱਬ ਵਰਗਾ ਵਿਹਾਰ ਕਰਦੇ ਹੋ? ਪੁੱਛੋ ਆਪਣੇ ਤੋਂ। ਆਪਣੀ ਨੂੰਹ ਨਾਲ, ਆਪਣੀ ਸੱਸ ਨਾਲ, ਪਤੀ ਨਾਲ, ਪਤਨੀ ਨਾਲ, ਭਰਾਵਾਂ ਨਾਲ, ਚਾਚਿਆਂ ਤਾਇਆਂ, ਨਾਨਕਿਆਂ ਦਾਦਕਿਆਂ, ਸਹੁਰਿਆਂ ਨਾਲ, ਆਂਢੀਆਂ ਗੁਆਂਢੀਆਂ ਨਾਲ, ਸਮਾਜ ਨਾਲ ਇਹ ਵਿਹਾਰ ਕਰਦੇ ਹੋ? ਜਾਂ ਰੱਬ ਵਰਗੇ ਬਣ ਕੇ ਰਹਿੰਦੇ ਹੋ? ਨਹੀਂ। ਤੇ ਫਿਰ ਪੁਰਖ ਕਿੱਧਰ ਗਿਆ? ਪੁਰਖ ਦਾ ਮਤਲਬ ਤੇ ਰਮਿਆ ਹੋਇਆ ਹੈ, ਸਮਾਇਆ ਹੋਇਆ ਹੈ ਸਭ ਦੇ ਅੰਦਰ। ਤਾਂ ਜਦੋਂ ਗੁਰੂ ਗਿਆਨ ਰਾਹੀਂ ਸਾਨੂੰ ਸਮਝ ਆਏਗੀ, ਅਸੀਂ ਇਹਦੇ ਤੇ ਅਮਲ ਕਰਾਂਗੇ। ਕਰਤਾ ਰੱਬ ਕ੍ਰੀਏਟਰ ਹੈ, ਬਣਾ ਰਿਹਾ ਹੈ ਕੁਛ ਹਰ ਪਲ। ਰੱਬ ਇੱਕ ਪਲ ਵੀ ਵਿਹਲਾ ਨਹੀਂ, ਕੁਛ ਨਵਾਂ ਸਿਰਜ ਰਿਹਾ ਹੈ। ਦੁਨੀਆ ਦੇ ਅੰਦਰ ਹਰ ਸ਼ੈ ਨਵੀਂ ਸਿਰਜੀ ਜਾ ਰਹੀ ਹੈ। ਤੇ ਰੱਬ ਇਹ ਨਹੀਂ ਕਿ ਉੱਤੇ ਬੈਠਾ ਸਿਰਜ ਰਿਹਾ ਹੈ 7ਵੇਂ 8ਵੇਂ ਅਸਮਾਨ ਵਿੱਚ, ਕਿਤੇ ਸਵਰਗ ਵਿੱਚ, ਜੰਨਤ ਵਿੱਚ, ਉਥੋਂ ਬਣਾ ਬਣਾ ਕੇ ਥੱਲੇ ਸੁੱਟੀ ਜਾਂਦਾ। ਨਾ, ਹਰ ਇੱਕ ਦੇ ਅੰਦਰ ਬੈਠਾ। ਸਾਡੇ ਅੰਦਰ ਲੱਖਾਂ ਸੈੱਲ ਹਰ ਰੋਜ਼ ਮਰਦੇ ਨੇ, ਲੱਖਾਂ ਸੈੱਲ ਨਵੇਂ ਪੈਦਾ ਹੁੰਦੇ ਨੇ। ਸਾਡੇ ਅੰਦਰ ਲੱਖਾਂ ਵਿਚਾਰ ਪੈਦਾ ਹੋ ਰਹੇ ਨੇ। ਸਾਡਾ ਦਿਲ ਹਰ ਰੋਜ਼ ਧੜਕ ਰਿਹਾ ਹੈ
किडनी काम कर रही है, फिफरे काम कर रहे ने, जगत के अंदर नवे तो नवे पेड़ पौधे वनस्पति जीव जंत पैदा हो रहे ने, नवे तारे बन रहे ने, पुराने मिट रहे ने। नवा एक बंदा दूजे बंदे वर्गा नहीं, एक दी फिंगरप्रिंट दूजे फिंगरप्रिंट वर्गे नहीं, साडे शरीर का एक रोम भी दूजे रोम वर्गा नहीं, नवीनता है। साहिब मेरा नीत नवा ते रब करता है तो सानू समझ आएगी कि असी भी किरत करनी है। जे करते नाल जुड़ना है तो किरत करनी है, क्योंकि वो आप किरत कर रहे हैं ना, रचनहार है। असी भी रचनहार का रूप हाँ, असी उहदी अंश हाँ। किरत करनी है तो किरत करनी है नवी, किरत करनी है सच्ची, क्योंकि सच के उत्ते आधारित है ना सारा कुछ। सच्ची किरत करनी है। किरत चोर भी करते हैं पर वो दुकृत है, असी सुकृत करनी है। दसा नवां दी धर्म की कमाई करनी है। तो यदा मतलब ये नहीं कि किरत सिर्फ हलवाना ही है। तुसी जॉब करो, दुकान करो, व्यापार चलाओ, खेती करो, कोई भी काम करो, कोई कंप्यूटर का काम कर रहे हो, जेड़ा भी काम करके तुसी इनकम का सोर्सेज जो तुहाडा है ईमानदारी वाला होवे, किसी नाल धोखाधड़ी ना होवे, ईमानदारी वाला। जे कोई दुकानदार है तो ईमानदारी दे नाल करे, उन्हें अपना लाहा लेना है, उन्हें जिन्ना लाहा बनता है उन्ना लवे। 2 नंबर का धंधे ना करे, डुप्लीकेट समान ना बेचे। तो किरत करनी है। तो किरत का मतलब ये नहीं कि बच्चे ही पाल लेने ने, नवी किरत करो, हर रोज कुछ नवा करो। साइंस दी खोजां नवीं तो नवीं हो रही ने, कुछ नवा करो। जदों नवी किरत करांगे तो इस दुनिया के अंदर रोजगार के नवे तो नवे साधन पैदा होंगे, नवीं तो नवीं खोजां होणगियां। तो जरूरी नहीं कि सारे डॉक्टर ही बन जाणगे, वैज्ञानिक बन जाणगे, इंजीनियर बन जाणगे। तुसीं घर दे विच भी नवीं किरत कर सकते हो। अज मेरा तुहाडा बोलचाल बहुत वधिया रहा, कल नूं मैं अपनी शब्दावली नूं होर सुधार सकना, तुसीं अपनी शब्दावली नूं नवीं बना सकते हो। अज घर विच बच्चियां नाल, नूंह पुत्तर नाल बड़े प्यार नाल रहे, कल नूं इस प्यार नूं होर वधा सकते हो। अज तुसीं दया कीती, किसी का सहयोग किया, कल नूं होर दया पैदा कर सकते हो। अज घर की तुसां सफाई रखी, कल नूं होर चंगी सफाई कर सकते हो। अज सब्जी भाजी बड़े स्वाद बनाई, कल नूं होर स्वाद बना सकते हो। मीनस कि अपने गुण नूं हर रोज डिवेल्प करो, विकासशील बने रहो, नवीनता पैदा करो, नवा प्यार, नवा सच, नवी दया, नवी बोल बाणी, नवा 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 नवें दे नाल मिलो। सतनाम गुरु ज्ञान राही फिर सानू पता लगेगा कि रब का नाम एक अटल सच्चाई है, वो होंद वाला है, उसका नाम सच है। तो फिर असी सच दे नाल जुड़ना है, असी उस सच दी अंश हाँ, सच दी अंश। इसलिए असी सच बोलना है, सच वेखना है, सच सुनना है, सच कमाना है, सच का संग्रहण करना है। मन बचन और कर्म करके असा सच्चे होना है। जदों ये गुण आ जाणगे ना, फिर अगे है एक ओंकार, फिर असी रब दे विच मिल जावांगे, फिर असी उस एक दे अंदर समा जावांगे। फिर सानू पता लग जाएगा असी एक दे हिस्से हाँ, उस एक दे अंदर समा के उहदा रूप हो जाएंगे। तो जदों एक दे अंदर समावांगे ना, उदों फिर दुनिया बदल जाएगी, उदों साडा अपना आपा सब कुछ बदल जाएगा। किवें कि वो एक है। तो जिहड़ा उस एक दे अंदर समाएगा, जिन्हों पता होएगा कि वो एक है, तो वह सब तो पहला अपने आप के नाल एक होएगा, अंदरों और बाहरों एक होएगा, मन वचन कर्म करके एक होएगा। असी तो अपने आप के नाल ही एक नहीं, दिल साडा कुछ होर कर रहा है, दिमाग साडा कुछ होर कह रहा है। जिन्हां दा दिल और दिमाग एक नहीं, जिन्हां दीयां भावनावां कुछ होर ने, दिमाग कुछ होर कहंदा, वो डिप्रैशन का शिकार हो जाते हैं, उन्हां दे अंदर तनाव बनिया रहिंदा है। असी तो अपने आप नाल एक नहीं, दिल साडा कुछ होर करदा है, चाहते कुछ होर हाँ, कर कुछ होर रहे हैं, बोल कुछ होर रहे हैं, कथनी साडी कुछ होर है, करनी कुछ होर है। एक दे नाल समाया होया मन बचन कर्म करके एक हो जाएगा। एक दे नाल मिले हुए दा विहार सब दे नाल एक जैसा हो जाएगा। उहदे अंदरों मेर तेर दे वितकरे मिट जाणगे। तो फिर याद रखना, समझ पै जाएगी रब एक है, तो फिर सारिया दुनिया दीयां समस्यावां दा सोल्यूशन हो जाएगा।
ਰੱਬ ਇੱਕ ਹੈ ਨਾ, ਉਹਨੂੰ ਵੰਡਿਆ ਨਹੀਂ ਜਾ ਸਕਦਾ। ਤੇ ਆ ਸਾਰਾ ਸੰਸਾਰ ਦਿਸਦਾ ਇਹ ਰੱਬ ਦਾ ਹੀ ਰੂਪ ਹੈ। ਇਹਨੂੰ ਦੇਸ਼ਾਂ ਦੇ ਨਾਮ ਦੇ ਉੱਤੇ ਵੰਡਣਾ ਇਹ ਰੱਬ ਦੇ ਤਨ ਦੇ ਉੱਤੇ ਆਰੀਆਂ ਚਲਾਉਣ ਦੇ ਬਰਾਬਰ ਨੇ। ਜਿਵੇਂ ਰੱਬ ਨੂੰ ਕੋਈ ਚੀਰ ਕੇ ਤੇ ਕਵੇ ਆ ਹਿੱਸਾ ਮੇਰਾ ਹੈ, ਲੱਤਾਂ ਮੇਰੀਆਂ ਬਾਹਾਂ ਤੇਰੀਆਂ, ਤੇ ਰੱਬ ਦੀਆਂ ਲੱਤਾਂ ਬਾਹਾਂ ਵੰਡ ਕੇ ਤੇ ਕੀ ਰੱਬ ਦੀ ਖੁਸ਼ੀ ਪਾ ਲਓ। ਰੱਬ ਇੱਕ ਹੈ, ਜਗਤ ਇੱਕ ਹੈ, ਉਹਦੇ ਸੰਸਾਰ ਨੂੰ ਵੰਡਿਆ ਨਹੀਂ ਜਾ ਸਕਦਾ। ਸਾਡੀਆਂ ਰਾਜਨੀਤਿਕ ਸਮੱਸਿਆਵਾਂ ਦਾ ਸੋਲੂਸ਼ਨ ਹੋ ਜਾਏਗਾ, ਫਿਰ ਇਹਨਾਂ ਦੇਸ਼ਾਂ ਨੂੰ ਖਤਮ ਕਰ ਦਿੱਤਾ ਜਾਏਗਾ, ਇਹਨਾਂ ਦੇਸ਼ਾਂ ਨੂੰ ਸਟੇਟਾਂ ਦਾ ਦਰਜਾ ਦੇ ਦਿੱਤਾ ਜਾਏਗਾ, ਸਾਰੇ ਵਿਸ਼ਵ ਦੀ ਰਾਜਧਾਨੀ ਇੱਕ ਹੋ ਜਾਏਗੀ, ਸੀਮਾਵਾਂ ਦੇ ਝਗੜੇ ਖਤਮ ਹੋ ਜਾਣਗੇ, ਪਾਸਪੋਰਟ ਸਿਸਟਮ ਖਤਮ ਹੋ ਜਾਏਗਾ। ਜੋ 60-70% ਧਨ ਮਾਰੂ ਹਥਿਆਰਾਂ ਤੇ ਮਿਜ਼ਾਈਲਾਂ, ਟੈਂਕਾਂ, ਤੋਪਾਂ ਤੇ ਲੱਗਦਾ ਹੈ, ਮਨੁੱਖਤਾ ਦੇ ਵਿਕਾਸ ਵਾਸਤੇ ਲੱਗੇਗਾ, ਵਿਨਾਸ਼ ਵਾਸਤੇ ਨਹੀਂ। ਇਹ ਸਮੱਸਿਆਵਾਂ ਹੱਲ ਹੋ ਜਾਣਗੀਆਂ। ਜਦੋਂ ਸਮਝ ਆਏਗੀ ਕਿ ਲਗਾਤਾਰ ਇੱਕ ਹੀ ਹੈ, ਤਾਂ ਫਿਰ ਅਲੱਗ-ਅਲੱਗ ਜਾਤਾਂ ਦੇ ਵਿਤਕਰੇ ਖਤਮ ਹੋ ਜਾਣਗੇ। ਕੋਈ ਬੰਦਾ ਨੀਵੀਂ ਔਰ ਉੱਚੀ ਜਾਤ ਦਾ ਨਹੀਂ ਰਹੇਗਾ। ਬ੍ਰਾਹਮਣ, ਖੱਤਰੀ, ਸ਼ੂਦਰ, ਵੈश्य, ਵਰਨ ਵਿਵਸਥਾ ਰੱਦ ਹੋ ਜਾਏਗੀ। ਏਕ ਪਿਤਾ ਏਕਸ ਕੇ ਹਮ ਬਾਰਿਕ, ਤੂੰ ਮੇਰਾ ਗੁਰਹਾਈ, ਇੱਕ ਭਾਈਚਾਰਕ ਸਮਾਜ ਪੈਦਾ ਹੋ ਜਾਏਗਾ। ਆਰਥਿਕ ਪ੍ਰੋਬਲਮਸ ਸੋਲਵ ਹੋ ਜਾਣਗੀਆਂ, ਅਮੀਰ ਗਰੀਬ ਦੇ ਵਿਤਕਰੇ ਮਿਟ ਜਾਣਗੇ। ਤੁਹਾਡੇ ਹੱਥ ਵਿੱਚ ਕਲਮ ਦਿੱਤੀ ਜਾਏ ਕਿ ਤੁਹਾਡੇ 2 ਬੱਚੇ ਨੇ, ਇਹਨਾਂ ਦੀ ਕਿਸਮਤ ਲਿਖ ਲਓ ਤੇ ਕਿਹਦੀ ਕਿਸਮਤ ਮਾੜੀ ਲਿਖੋਗੇ। ਤੁਹਾਡੇ ਹੱਥ ਵਿੱਚ ਕਲਮ ਦਿੱਤੀ ਜਾਏ ਤੇ ਤੁਹਾਨੂੰ ਕਿਹਾ ਜਾਏ ਕਿ ਆ ਪ੍ਰੋਪਰਟੀ ਵੰਡ ਦਿਓ ਤੇ ਕਿਸ ਬੱਚੇ ਨੂੰ ਘੱਟ ਵੱਧ ਦਿਓਗੇ, ਬਰਾਬਰ ਦਿਓਗੇ ਨਾ, ਤਾਂ ਫਿਰ ਮੇਰ ਤੇਰ ਦੇ ਵਿਤਕਰੇ ਖਤਮ ਹੋਣਗੇ, ਨਵੇਂ ਸਾਧਨ ਪੈਦਾ ਹੋਣਗੇ, ਰੁਜ਼ਗਾਰ ਪੈਦਾ ਹੋਣਗੇ, ਹਰ ਇਨਸਾਨ ਦੀ ਰੋਟੀ, ਕੱਪੜੇ ਔਰ ਮਕਾਨ ਦੀ ਲੋੜ ਪੂਰੀ ਹੋਏਗੀ। ਜੋ ਟੈਕਸ ਲਿਆ ਜਾਂਦਾ ਹੈ ਉਹਦੀ ਸਹੀ ਵਰਤੋਂ ਹੋਏਗੀ, ਬੰਦਾ ਦੂਜੇ ਦਾ ਸਹਿਯੋਗ ਕਰੇਗਾ। ਧਾਰਮਿਕ ਵਿਵਾਦ ਮੁੱਕ ਜਾਣਗੇ। ਕਿੰਨੇ ਧਰਮ ਨੇ ਦੁਨੀਆ ਵਿੱਚ? 12, 14, 1500 ਦੇ ਕਰੀਬ ਧਰਮ ਦੱਸਦੇ ਨੇ, ਨਹੀਂ ਤੇ ਮੋਟੇ-ਮੋਟੇ ਤੇ ਕਿੰਨੇ ਸਾਰੇ ਧਰਮ ਹੈ ਨੇ। ਧਰਮ ਦੇ ਨਾਮ ਦੇ ਉੱਤੇ ਲੜਾਈਆਂ ਨੇ। ਜਦੋਂ ਰੱਬ ਇੱਕ ਹੈ ਤੇ ਉਹਦੇ ਇੰਨੇ ਧਰਮ ਕਿਵੇਂ ਹੋ ਗਏ? ਧਰਮ ਇੱਕ ਹੋ ਜਾਏਗਾ। ਤੇ ਉਹ ਇੱਕ ਧਰਮ ਕਿਹੜਾ ਹੈ? ਏਕੋ ਧਰਮ ਦ੍ਰਿੜੈ ਸੱਚ ਕੋਈ, ਗੁਰਮਤਿ ਜੁਗ ਜੁਗ ਪੂਰਾ ਹੋਈ। ਸਚਿਆਰ ਹੋਣਾ ਹੀ ਧਰਮ ਹੋ ਜਾਏਗਾ। ਕਿਵ ਸਚਿਆਰਾ ਹੋਈ ਹੈ? ਦੇਖੋ, ਸਚਿਆਰ ਹੋਣਾ ਹੈ ਨਾ ਸਭ, ਤੇ ਸਚਿਆਰ ਕੌਣ ਹੈ? ਰੱਬ। ਤੂੰ ਕਰਤਾ ਸਚਿਆਰ, ਰੱਬ ਵਰਗੇ ਬਣਨਾ ਹੈ। ਸਚਿਆਰ ਹੋਣਾ ਸਾਰਿਆਂ ਦਾ ਧਰਮ ਹੋ ਜਾਏਗਾ, ਮੇਰਾ ਵੀ ਤੁਹਾਡਾ ਵੀ। ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਫਿਰ ਧਰਮ ਦੀ ਪਰਿਭਾਸ਼ਾ ਇਹ ਹੋ ਜਾਏਗੀ ਕਿ ਸੱਚ ਨੂੰ ਆਧਾਰ ਬਣਾ ਕੇ ਮਨੁੱਖੀ ਫਰਜ਼ਾਂ ਨੂੰ ਪੂਰੇ ਕਰਨ ਦਾ ਨਾਮ ਧਰਮ ਹੈ। ਫਿਰ ਕੀ ਹੋ ਜਾਏਗਾ? ਫਿਰ ਸਾਨੂੰ ਨਜ਼ਰੀ ਪੈ ਜਾਏਗਾ, ਇਹ ਜਗ ਸੱਚੇ ਕੀ ਹੈ ਕੋਠੜੀ, सच्चे का विश्वास। फिर बेगमपुरा शहर को नाम हो जाएगा। फिर ये संसार हर का बागरा हो जाएगा और ये संसार एक घर हो जाएगा। फिर जिथे मर्जी कोई निश्चिंत विचरेगा। फिर इस दुनिया के अंदर 2 नंबर के धंधे नहीं रहणगे। तो इस तरह गुरप्रसाद तो चल के इन्हां गुणां दे धारनी हो के असी एक दे अंदर समा सकते हाँ, रब दे अंदर मिल सकते हाँ, रब दा रूप हो सकते हाँ। है सारा कुछ उहदा रूप है, पर समझण दी लोड़ है, इन्हां गुणां नूं इंप्लीमेंट करन दी लोड़ है। और ये हवाई गल्लां नहीं हन, ये पॉसिबिलिटी है, ये संभावना है, ऐसा हो सकता है, असी कर सकते हाँ। पर असी कहांगे नहीं जी औखा बड़ा है, क्योंकि साडा अखीर इत्थे होना नहीं जी औखा बहुत। तो मैं पिछे बेनतियां कर चुका, औखा नहीं है, ये शब्द वरतना छड़ दो, खत्म करो इस चीज़ नूं। क्यों अपने आप नूं असी धोखा दे रहे हैं भी औखा है? औखा कित्थे है यार? हसना सौखा है, प्यार नाल रहना कितना सौखा है, सच बोलना सौखा है, झूठ बोलना औखा है। झूठ बोलने लई 100 झूठ बोलने पैंदे ने। लड़न वास्ते कसून मुक्के मारो, त्यूड़ियां पा के सारा दिन बैठे रहो, बक बक करते रहो, कितना औखा है। रिलैक्स रहो यार, सच बोलो, प्यार नाल बोलो, कितना सौखा है। जदों असीं कहने आ ना औखा है, इहदा मतलब असीं ये कहना चाहते हैं कि असीं ये काम करना ही नहीं चाहते, असीं सुखी रहना ही नहीं चाहते, असीं हसना ही नहीं चाहते। नहीं तो हसना तो सौखा है। तो ऐसा हो सकता है, दुनिया में कुछ भी इंपॉसिबल नहीं है। गुरु जी ने बचन किया है, ना ही देख ना भाजीए परम सियानप। यह
ਤਾਂ ਇੱਕ ਓੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਮੂਲ ਮੰਤਰ ਹੈ। ਇਸ ਮੂਲ ਮੰਤਰ ਦੇ ਅੰਦਰ ਪੂਰੀ ਦੁਨੀਆ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੀ ਤਾਕਤ ਹੈ। ਅੱਗੇ ਸ਼ਬਦ ਆ ਜਾਂਦਾ ਹੈ ਜਪ। ਜਪ ਬਾਣੀ ਦਾ ਨਾਮ ਹੈ, ਇਹਦਾ ਮੂਲ ਮੰਤਰ ਦੇ ਨਾਲ ਸੰਬੰਧ ਨਹੀਂ, ਇਹਦਾ ਸੰਬੰਧ ਥੱਲੇ ਬਾਣੀ ਦੇ ਨਾਲ ਹੈ। ਜਪ ਬਾਣੀ ਦਾ ਨਾਮ ਹੈ। ਅੱਗੇ ਸ਼ਬਦ ਆ ਜਾਂਦਾ ਹੈ ਸ਼ਲੋਕ ਪਹਿਲਾ, ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਹੁਣ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਹ ਜਿਹੜਾ ਸ਼ਲੋਕ ਹੈ ਨਾ, ਇਹ ਜਪਜੀ ਸਾਹਿਬ ਦਾ ਮੰਨ ਲਓ ਲਿਖਿਆ ਹੈ ਮੰਗਲਾਚਰਨ, ਜਾਂ ਅਸੀਂ ਕਹਿ ਸਕਦੇ ਹਾਂ ਜਪਜੀ ਸਾਹਿਬ ਜੀ ਦੀ ਭੂਮਿਕਾ, ਕਿ ਅੱਗੇ ਜਪਜੀ ਸਾਹਿਬ ਦੇ ਅੰਦਰ ਕੀ ਕਹਿਣਾ ਚਾਹੁੰਦੇ ਨੇ ਉਹ ਇਸ ਸ਼ਲੋਕ ਦੇ ਅੰਦਰ ਦੱਸ ਦਿੱਤਾ ਹੈ। ਆਦਿ ਵਿੱਚ ਵੀ ਸੱਚ ਸੀ, ਜੁਗਾਦ ਵਿੱਚ ਵੀ, ਹੁਣ ਵੀ, ਆਉਣ ਵਾਲੇ ਸਮੇਂ ਵਿੱਚ ਵੀ ਉਹ ਸੱਚ ਕੀ ਹੈ, ਔਰ ਅੱਗੇ ਜਪਜੀ ਸਾਹਿਬ ਜੀ ਦੇ ਅੰਦਰ ਸੱਚ ਨੂੰ ਕਿਵੇਂ ਬਿਆਨ ਕੀਤਾ ਹੈ, ਇਹ ਵਿਚਾਰ ਅਸੀਂ ਕੱਲ ਦੇ ਕਲਾਸ ਦੇ ਅੰਦਰ ਵਿਚਾਰਾਂਗੇ, ਕਿਉਂਕਿ ਹੁਣ ਸਮਾਂ ਹੋ ਗਿਆ ਤੇ ਸਮੇਂ ਤੋਂ ਬਾਹਰ ਜਾਣਾ ਜਿਹੜਾ ਹੈ ਉਹ ਠੀਕ ਨਹੀਂ ਹੈ। ਇਸ ਕਰਕੇ ਹੁਣ ਮੈਂ ਇੱਥੇ ਸਮਾਪਤੀ ਕਰਦਾ ਹਾਂ ਤੇ ਮੇਰੇ ਖਿਆਲ 'ਚ ਵੀਰ ਤਰਲੋਚਨ ਸਿੰਘ ਜੀ ਹੁਣ ਅਨਮਿਊਟ ਹੋ ਰਹੇ ਨੇ, ਅਗਲੀ ਕਾਰਵਾਈ ਉਹ ਕਰਨਗੇ। ਮੈਂ ਇੱਥੇ ਹੀ ਖਿਮਾ ਦਾ ਜਾਚਕ ਹਾਂ ਤੇ ਜੋ ਅੱਜ ਅਸੀਂ ਵਿਚਾਰ ਕੀਤੀ ਹੈ ਨਾ, ਇਹਦੇ ਅੰਦਰ ਜੋ ਤੁਹਾਡੇ